ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਈ ਹੈ। ਤੇਹਾ ਹਉ ਕਰੀ ਬਖਿਆਣ, ਜਿਹਾ ਤੂੰ ਕਰਾਈ ਹੈ। ਤੇਹਾ ਹਉ ਕਰੀ ਬਖਿਆਣ। ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਧੰਨਤਾ ਦੀ ਜੋ ਗਾਹਾਂ ਅੰਮ੍ਰਿਤ ਵੇਲੇ ਦੀ ਪ੍ਰਾਪਤੀ ਹੋਈ ਹੈ, ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਆਪ ਜੀ ਗੁਰੂ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰ ਰਹੇ ਹੋ। ਪਵਿੱਤਰ ਬਾਣੀ ਦਾ ਨਿਤਨੇਮ ਆਪ ਜੀਆਂ ਨੇ ਸਰਵਣ ਕੀਤਾ ਹੈ। ਆਓ ਗੁਰਮੁਖੋ, ਕੁਝ ਸਮਾਂ ਆਪਾਂ ਸਾਰੇ ਰਲ ਮਿਲ ਕਰਕੇ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣਾ ਕਰੀਏ। ਹੁਣ ਤੱਕ ਆਪਾਂ ਪਹਿਲਾਂ ਲੜੀਵਾਰ ਇਤਿਹਾਸ 10 ਪਾਤਸ਼ਾਹੀਆਂ ਦਾ ਵਿਚਾਰਦੇ ਆ ਰਹੇ ਸੀ। ਉਪਰੰਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਆਗਮਨ ਗੁਰਪੁਰਬ ਨੂੰ ਮੁੱਖ ਰੱਖਦੇ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਆਪਾਂ ਕੁਝ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ। ਸੋ ਹੁਣ ਅਗਲਾ ਜਿਹੜਾ ਆਉਣ ਵਾਲਾ ਸਮਾਂ ਹੈ, ਉਹ ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਤੇ ਜੋ ਕੁਝ ਬੀਤਿਆ, ਗੁਰੂ ਕੇ ਸਿੰਘਾਂ ਦੇ ਨਾਲ ਜੋ ਕੁਝ ਬੀਤਿਆ, ਉਹ ਆਉਣ ਵਾਲੇ ਦਿਨ ਇਹ ਅੱਗੇ ਆਉਣੇ ਹਨ। ਇਹ ਦਿਨ ਉਹ ਚੱਲ ਰਹੇ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਿਆ ਹੋਇਆ ਸੀ। ਸੋ ਉਹਨਾਂ ਸ਼ਹੀਦਾਂ ਸਿੰਘਾਂ ਅਤੇ ਗੁਰੂ ਸਾਹਿਬਾਨ ਦੇ ਇਹਨਾਂ ਦਿਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਵਿਚਾਰ ਬਣਿਆ ਕਿ ਕਲਗੀਧਰ ਪਿਤਾ ਦੇ ਇਤਿਹਾਸ ਬਾਰੇ ਆਪਾਂ ਜਾਣੀਏ, ਕਿਉਂਕਿ ਅਗਲੇ ਸਮੇਂ ਦੇ ਵਿੱਚ ਉਹਨਾਂ ਦਾ ਜਨਮ ਜੋ ਹੈ ਆਗਮਨ ਪੁਰਬ ਵੀ ਹੈ ਅਤੇ ਨਾਲ ਹੀ ਉਹਨਾਂ ਦੇ ਬੱਚਿਆਂ ਦੀ, ਸਿੰਘਾਂ ਦੀ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੈ। ਸੋ ਇਸ ਦੇ ਸੰਬੰਧ ਦੇ ਵਿੱਚ ਕਲਗੀਧਰ ਪਿਤਾ ਜੀ ਦੇ ਇਤਿਹਾਸ ਦੀ ਵਿਚਾਰ ਆਪਾਂ ਅੱਜ ਕਰਦੇ ਹਾਂ। ਇਸ ਇਤਿਹਾਸ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਖੇਪ ਇਤਿਹਾਸ ਦੇ ਬਾਰੇ ਸਮਝਾਂਗੇ। ਇਹ ਗਿਆਨੀ ਗਿਆਨ ਸਿੰਘ ਦੀ ਕਿਰਤ ਹੈ। ਤਵਾਰੀਖ ਗੁਰੂ ਖਾਲਸਾ, ਇਹਦੇ ਵਿੱਚੋਂ ਆਪਾਂ ਕਲਗੀਧਰ ਪਿਤਾ ਜੀ ਦੇ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ। ਸੋ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਪਸੀ ਫਤਿਹ ਦੀ ਸਾਂਝ ਕਰੀਏ। ਸਮਾਈ ਭਾਈ ਪਿਆਰ ਸਤਿਕਾਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਅਵਤਾਰ ਦਾ ਕਾਰਨ।
ਕਿਉਂ ਆਉਣਾ ਪਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। 10ਵੀਂ ਜੋਤ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤਰ ਲਿਖਣ ਤੋਂ ਪਹਿਲੇ ਇਹਨਾਂ ਦੇ ਪਿਛਲੇ ਜਨਮ ਦੀ ਕਥਾ ਜਿਹੜੀ ਹੈ ਵਰਣਨ ਕਰਨੀ ਠੀਕ ਹੈ। ਕਿਉਂਕਿ ਗੱਲ ਸਾਰੇ ਵਿਦਵਾਨ ਚੰਗੀ ਤਰ੍ਹਾਂ ਜਾਣਦੇ ਕਿ ਸ਼ਾਸਤਰਾਂ ਆਦਿ ਵਿੱਚ ਵੀ ਖੋਲ ਕੇ ਲਿਖਿਆ ਹੈ ਕਿ ਜਦ ਸੰਸਾਰ ਦੇ ਵਿੱਚ ਅਪਾਰ ਪਾਪੀ, ਨਿਰਦਈ, ਕਰੂਰ ਦ੍ਰਿਸ਼ਟੀ, ਅਧਰਮੀ, ਰਾਖਸ਼ ਬੁੱਧੀ, ਚੋਰ ਜਾਰ, ਕਾਮੀ, ਕ੍ਰੋਧੀ ਵੱਧ ਜਾਂਦੇ ਹਨ ਤਾਂ ਹਾਕਮ ਵੱਡੇ ਛੋਟੇ ਸਭ ਅਨਿਆਈ ਹੋ ਜਾਂਦੇ ਐ। ਪ੍ਰਜਾ ਨੂੰ ਪੀੜਨ ਵਾਲੇ ਜ਼ਾਲਮ ਹੋ ਜਾਂਦੇ ਐ, ਪ੍ਰਜਾ ਨੂੰ ਤੰਗ ਕਰਦੇ ਐ। ਧਰਮ ਸੰਬੰਧੀ ਕਰਮ ਛੱਡ ਕੇ ਅਧਰਮ ਦੇ ਵਿਹਾਰਾਂ ਦਾ ਵਿਧਾਂਤ ਕਰਦੇ ਹੋਏ ਉਹ ਜ਼ੁਲਮ ਕਰਦੇ ਐ। ਅਤੇ ਜਿਨ੍ਹਾਂ ਨਿਯਮਾਂ ਪਰ ਈਸ਼ਵਰ ਨੇ ਜਗਤ ਰਚਨਾ ਕਾਇਮ ਰੱਖੀ ਜਾਂ ਜਗਤ ਰਚਨਾ ਨੂੰ ਕਾਇਮ ਰੱਖਣ ਦੀ ਉਹਨਾਂ ਦੀ ਰਖਵਾਲੀ ਉਹਨਾਂ ਨੂੰ ਸੌਂਪੀ, ਜ਼ਿੰਮੇਵਾਰੀ ਸੌਂਪੀ, ਉਹਨਾਂ ਨਿਯਮਾਂ ਉੱਤੇ ਕਾਇਮ ਨਹੀਂ ਰਹਿੰਦੇ। ਤਦੋਂ ਫਿਰ ਸਰਬ ਸ਼ਕਤੀਮਾਨ ਸਰਬੱਗ ਈਸ਼ਵਰ ਜਗਤ ਕਰਤਾ ਉਹਨਾਂ ਨਿਯਮਾਂ ਨੂੰ ਮੁੜ ਪ੍ਰਗਟ ਕਰਨ ਵਾਸਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪ ਪ੍ਰਗਟ ਹੋ ਕੇ ਆਉਂਦਾ ਹੈ, ਜਾਂ ਆਪਣੇ ਪਰਮ ਪਿਆਰੇ ਸਤਿਪੁਰਸ਼ਾਂ ਦੇ ਵਿੱਚੋਂ ਕਿਸੇ ਇੱਕ ਨੂੰ ਬਹੁਤੀ ਸ਼ਕਤੀ ਦੇ ਕੇ ਭੇਜ ਦਿੰਦਾ ਹੈ। ਉਸੇ ਨੂੰ ਦੁਨੀਆ ਦੇ ਵਿੱਚ ਅਵਤਾਰੀ ਪੁਰਸ਼ ਆਖਿਆ ਜਾਂਦਾ ਹੈ। ਇਹ ਗੱਲ ਸਾਰੇ ਮਜ਼ਹਬਾਂ ਵਾਲੇ ਮੰਨਦੇ ਹਨ ਕਿ ਕਸ਼ਟਗ੍ਰਸਤ ਪੂਜਾ ਦੀ ਪ੍ਰਜਾ ਦੀ ਰੱਖਿਆ ਲਈ ਜਦੋਂ ਪ੍ਰਜਾ ਦੁਖੀ ਹੋ ਜਾਵੇ, ਇਹਨੂੰ ਕਸ਼ਟ ਦੇਣ ਵਾਲੇ, ਪ੍ਰਜਾ ਨੂੰ ਦੁੱਖ ਦੇਣ ਵਾਲੇ ਬਹੁਤੇ ਹੋ ਜਾਣ, ਸਾਰੇ ਧਰਮ ਇਸ ਗੱਲ ਨੂੰ ਮੰਨਦੇ ਹੈ ਕਿ ਉਦੋਂ ਅੱਲਾ, ਗੋਡ, ਰੱਬ, ਖੁਦਾ ਜੋ ਵੀ ਕਹਿ ਲਈਏ, ਉਹ ਵਾਹਿਗੁਰੂ ਆਪ ਆਪਣੇ ਕਿਸੇ ਭਗਤ ਨੂੰ, ਸੂਰਵੀਰ ਯੋਧੇ ਨੂੰ ਭੇਜਦਾ, ਆਪਣਾ ਖਾਸ ਰੂਪ ਧਾਰਨ ਕਰਕੇ ਆਉਂਦਾ ਹੈ ਜਾਂ ਆਪਣੀਆਂ ਸ਼ਕਤੀਆਂ ਦੇ ਕੇ ਖਾਸ ਆਪਣੇ ਕਿਸੇ ਅਵਤਾਰੀ ਪੁਰਸ਼ ਨੂੰ ਭੇਜਦਾ ਹੈ। ਹੁਣ ਜਦ ਪਰਮ ਪਵਿੱਤਰ ਭਾਰਤ ਵਰਸ਼ ਵਿੱਚ ਮਲੇਸ਼ ਵੰਸ਼ ਮੁਸਲਮਾਨਾਂ ਨੇ ਬਾਦਸ਼ਾਹ ਹੋ ਕੇ ਅਤੀ ਜ਼ੋਰ ਜ਼ੁਲਮ ਕਰਨੇ ਆਰੰਭ ਕੀਤੇ, ਜਿਨ੍ਹਾਂ ਦੇ ਲਿਖਣ ਤੋਂ ਪਿਆਰਿਓ ਕਲਮ ਵੀ ਕਵੀਆਂ ਦੀ ਅਥਰੂ ਵਹਾਉਂਦੀ ਹੈ, ਤੇ ਉਹਨਾਂ ਦਾ ਨਮੂਨਾ ਦੇਖਣਾ ਹੋਵੇ ਤਾਂ ਇਸੇ ਤਵਾਰੀਖ ਦਾ ਜਿਹੜਾ ਨੰਬਰ ਹੈ, ਭਾਵ ਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਹੈ, ਉਹਦੇ ਵਿੱਚ ਦੱਸਿਆ ਹੋਇਆ ਹੈ। ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ 9ਵੇਂ ਗੁਰੂਆਂ ਨੇ ਆਪਣੀ ਬਾਣੀ ਦੀ ਸ਼ਕਤੀ ਦੇ ਨਾਲ ਧਰਮ ਦਾ ਉਪਦੇਸ਼ ਦ੍ਰਿੜ ਕਰਵਾ ਕੇ ਬੇਅੰਤ ਲੋਕਾਂ ਨੂੰ ਪਰਮੇਸ਼ਰ ਦੇ ਭਜਨ ਭਗਤੀ ਦੇ ਨਾਲ ਜੋੜਿਆ। ਭਜਨ ਭਗਤੀ ਦੇ ਨਾਲ ਸੁਧਾਰ ਕਰਨਾ ਚਾਹਿਆ, ਪਰੰਤੂ ਕਾਲਨੌਮੀ ਰਾਖਸ਼ ਅਰੰਗੇ ਪਾਪੀ ਦੇ ਪ੍ਰੇਰੇ ਹੋਏ, ਜੋ ਬੇਅੰਤ ਮਲੇਸ਼ ਮੁਸਲਮਾਨੀ ਮਤ ਤੋਂ ਬਿਨਾਂ ਸਾਰੇ ਮਤਾਂ ਦਾ ਆਮ ਕਰਕੇ ਹਿੰਦਵਾਇਣ ਦਾ ਮਲੀਆ ਮੇਟ ਕਰਨ ਲਈ ਖਾਸ ਕਰਕੇ ਲੱਕ ਬੰਨ੍ਹ ਰਹੇ ਸੀ ਕਿ ਹਿੰਦੁਸਤਾਨ ਦਾ ਮਲੀਆ ਮੇਟ ਕਰਨਾ ਹੈ। ਉਹਨਾਂ ਦੇ ਕਰੂਰ ਸੁਭਾਅ ਤੋਂ ਜ਼ੋਰ ਜ਼ੁਲਮ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਹਿੰਦਵਾਇਣ ਨੇ ਜਦ ਅਤਿਅੰਤ ਦੁਖੀ ਹੋ ਕੇ ਈਸ਼ਵਰ ਦੇ ਅੱਗੇ ਪੁਕਾਰ ਕੀਤੀ ਹੈ, ਤੇ ਉਸੇ ਅੰਧਾ ਧੁੰਦ ਵਿੱਚ ਸਰਮੱਧ ਜਿਹੇ ਕਈ ਸੱਚੇ ਸੰਤ ਕਤਲ ਕੀਤੇ, ਕਰਾਏ ਗਏ,
ਜਿਸ ਤੋਂ ਪ੍ਰਿਥਵੀ ਦੁਖਿਆਰੀ ਹੋ ਕੇ ਕੰਬ ਉੱਠੀ ਹੈ। ਤੇ ਦੇਵਤਿਆਂ ਦੇ ਪਾਸ ਜਾ ਕਹਿੰਦੇ ਪੁਕਾਰ ਕੀਤੀ। ਅੱਗੇ ਦੇਵਤੇ ਜਿਨ੍ਹਾਂ ਨੂੰ ਜਗ ਹੋਮ ਤੋਂ ਪੁਸ਼ਟੀ ਪਹੁੰਚਦੀ ਸੀ, ਸੋ ਜਗ ਹੋਮ ਬੰਦ ਹੋਣੇ ਕਰ ਉਹ ਵੀ ਦੁਖਿਆਰੇ ਹੋ ਰਹੇ ਨੇ। ਪ੍ਰਿਥਵੀ ਦੇ ਨਾਲ ਈਸ਼ਵਰ ਅੱਗੇ ਜਾ ਕੇ ਪੁਕਾਰੇ ਨੇ। ਕਵੀ ਜੀ ਲਿਖਦਾ ਹੈ, ਕਹਿੰਦੇ ਸੰਸਾਰ ਦੇ ਲੋਕ ਤਾਂ ਦੁਖੀ ਹੋਏ ਹੀ ਹੋਏ, ਜਿਨ੍ਹਾਂ ਨੂੰ ਦੇਵਤੇ ਕਹਿੰਦੇ ਆ, ਦੇਵਤੇ ਵੀ ਦੁਖੀ ਹੋ ਗਏ, ਕਿਉਂਕਿ ਸਨਾਤਨ ਧਰਮ ਮੰਨਦਾ ਹੈ ਕਿ ਦੇਵਤੇ ਜਗ ਹੋਮ ਦੇ ਨਾਲ ਖੁਸ਼ ਹੁੰਦੇ ਹੈ। ਹੁਣ ਜਗ ਹੋਮ ਲੋਕ ਕਿੱਥੋਂ ਕਰਨ, ਕਿਉਂਕਿ ਉਹਨਾਂ ਤੇ ਜ਼ੁਲਮ ਬਹੁਤ ਢਾ ਰਿਹਾ। ਕਹਿੰਦੇ ਨਾ ਦੇਵਤੇ ਪੁਰਸ਼ ਵੀ ਪ੍ਰਿਥਵੀ ਦੇ ਨਾਲ ਰਲ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੇ ਗਏ, ਈਸ਼ਵਰ ਦੇ ਅੱਗੇ ਜਾ ਕੇ ਪੁਕਾਰੇ ਨੇ। ਤਾਂ ਉਸ ਸੱਚੀ ਦਰਗਾਹ ਵਿੱਚੋਂ ਹੁਕਮ ਹੋਇਆ ਕਿ ਹੁਣ ਮੈਂ ਆਪਣੇ ਪਰਮ ਪਿਆਰੇ ਦੁਸ਼ਟ ਦਮਨ ਤਪਸਵੀ ਨੂੰ ਆਪਣੀ ਸ਼ਕਤੀ ਦੇ ਕੇ ਆਪਣਾ ਪੁੱਤਰ ਬਣਾ ਕੇ ਮੈਂ ਉਹਨੂੰ ਪੁੱਤਰ ਦੀ ਪਦਵੀ ਦੇ ਕੇ ਧਰਮ ਦੀ ਰੱਖਿਆ ਵਾਸਤੇ ਭੇਜਾਂਗਾ। ਜਦੋਂ ਇਹਨਾਂ ਨੇ ਪੁਕਾਰ ਕੀਤੀ, ਸੁਣੀ ਪੁਕਾਰ ਦਾਤਾਰ ਪ੍ਰਭ, ਜਿਵੇਂ ਗੁਰੂ ਨਾਨਕ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ। ਇਸੇ ਤਰ੍ਹਾਂ ਕਲਗੀਧਰ ਪਿਤਾ ਜੀ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਬੇਨਤੀ ਕੀਤੀ, ਵਾਹਿਗੁਰੂ ਇੱਥੇ ਸਰਮੱਦ ਵਰਗੇ ਫਕੀਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਇੱਥੇ ਨਾਮ ਜਪਣ ਵਾਲੀਆਂ ਰੂਹਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਵਾਹਿਗੁਰੂ ਕਿਰਪਾ ਕਰ। ਧਰਤੀ ਨੇ ਪੁਕਾਰਾਂ ਕੀਤੀਆਂ, ਮੇਰੇ ਤੇ ਪਰਬਤਾਂ ਦਾ ਭਾਰ ਨਹੀਂ ਹੈ, ਮੇਰੇ ਤੇ ਵੱਡੇ ਵੱਡੇ ਦਰਿਆਵਾਂ ਸਮੁੰਦਰਾਂ ਦਾ ਭਾਰ ਨਹੀਂ ਹੈ, ਮੇਰੇ ਤੇ ਅਣਗਿਣਤ ਜੀਵਾਂ ਅਣਗਿਣਤ ਬਨਸਪਤੀ ਦਾ ਭਾਰ ਨਹੀਂ ਹੈ, ਮੇਰੇ ਤੇ ਅਕਿਰਤ ਘਣਾ ਦਾ ਭਾਰ ਹੈ। ਪੁਕਾਰਾਂ ਹੋਈਆਂ। ਪ੍ਰਿਥਵੀ ਅਤੇ ਦੇਵਤਿਆਂ ਦੀ ਪੁਕਾਰ ਸੁਣੀ। ਆਖਿਆ ਧੀਰਜ ਰੱਖੋ ਭਾਈ, ਮੈਂ ਹੁਣ ਦੁਸ਼ਟ ਦਮਨ ਤਪਸਵੀ ਦੇ ਰੂਪ ਦੇ ਵਿੱਚ ਉਹਨੂੰ ਆਪਣਾ ਸਾਰਾ ਕੁਝ ਦੇ ਕੇ, ਆਪਣੇ ਪੁੱਤਰ ਦੀ ਪਦਵੀ ਦੇ ਕੇ ਨਵਾਜ ਕੇ ਧਰਮ ਰੱਖਿਆ ਵਾਸਤੇ ਮੈਂ ਭੇਜਾਂਗਾ। ਆਖਿਆ ਤੁਸੀਂ ਵੀ ਉਹਨਾਂ ਦੀ ਸਹਾਇਤਾ ਲਈ ਜਨਮ ਧਾਰਨ ਕਰੋ। ਦੇਵਤਿਆਂ ਨੂੰ ਆਖਿਆ, ਐ ਦੇਵ ਲੋਕੋ ਜਾਓ, ਤੁਸੀਂ ਵੀ ਉਹਨਾਂ ਦੀ ਸਹਾਇਤਾ ਵਾਸਤੇ ਜਨਮ ਧਾਰਨ ਕਰੋ, ਭਾਵ ਉਹਨਾਂ ਦੇ ਨਾਲ ਰਲ ਕੇ ਰਹੋ, ਜਿਸ ਤੋਂ ਧਰਮ ਦਾ ਪ੍ਰਚਾਰ ਤੇ ਦੁਸ਼ਟ ਤੁਰਕਾਂ ਦਾ ਪ੍ਰਹਾਰ ਬਹੁਤ ਸ਼ੀਘਰ ਹੋ ਜਾਣਾ ਵਾ। ਈਸ਼ਵਰ ਦੀ ਇਹ ਆਗਿਆ ਸੁਣ ਕੇ ਨਾ ਕਹਿੰਦੇ ਉਸੇ ਸਮੇਂ ਪੂਰਨ ਪ੍ਰਤਾਪੀ ਪੁਰਖ ਜੋ ਦੁਸ਼ਟ ਦਮਨ ਨਾਮ ਰਾਜਾ ਰਾਜ ਛੱਡ ਕੇ ਅਤ ਉਗਰ ਤਪੱਸਿਆ ਕਰ ਰਿਹਾ ਸੀ, ਉਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪੁੱਤਰ ਥਾਪ ਕੇ 18 ਸਿੱਧੀ ਆਦਿ ਦੇ ਕੇ ਸਰਬ ਕਲਾ ਸੰਪੂਰਨ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਪ੍ਰਗਟ ਕੀਤਾ। ਕਲਗੀਧਰ ਪਿਤਾ ਜੀ। ਹੁਣ ਗੁਰੂ ਦੀ ਕੁਲ ਦਾ ਵਰਣਨ ਹੈ ਕਿ ਗੁਰੂ ਦੀ ਕੁਲ ਕੀ ਹੈ, ਪ੍ਰਗਟ ਕਿੱਥੇ ਹੋਏ ਨੇ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ। ਜਿਸ ਕੁਲ ਦੇ ਵਿੱਚ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੁੰਦਾ ਨਾ ਪਿਆਰਿਓ, ਉਸ ਵੰਸ਼ ਦਾ ਵਰਣਨ ਕਲਗੀਧਰ ਪਿਤਾ ਜੀ ਆਪ ਹੀ 10ਵੇਂ ਗੁਰੂ ਜੀ ਨੇ ਬਚਿੱਤਰ ਨਾਟਕ ਤੇ ਮੰਗਲ ਪ੍ਰਕਾਸ਼ ਪੋਥੀ ਦੇ ਵਿੱਚ ਲਿਖਿਆ ਹੈ ਕਿ ਛਤਰੀ ਕੁਲ ਦੇ ਸ਼੍ਰੋਮਣੀ ਮਹਾਰਾਜੇ ਰਾਮਚੰਦਰ ਦੇ ਘਰ ਸੀਤਾ ਦੇ ਗਰਭ ਦੇ ਵਿੱਚੋਂ 2 ਪੁੱਤਰ ਪੈਦਾ ਹੋਏ, ਲਵ ਅਤੇ ਕੁਸ਼। ਲਹੂ ਨੇ ਜਿਹੜਾ ਲਵ ਸੀ, ਲਹੂ ਵੀ ਕਿਹਾ ਜਾਂਦਾ ਉਹਨੂੰ, ਲਹੂ ਨੇ ਲਵ ਨੇ ਲਾਹੌਰ ਤੇ ਕੁਸ਼ੂ ਨੇ ਕਸੂਰ ਸ਼ਹਿਰ ਵਸਾਉਣਾ ਕੀਤਾ। ਅਲੱਗ-ਅਲੱਗ ਹੋ ਗਏ। ਜਿਵੇਂ 2 ਬੱਚੇ ਹੁੰਦੇ ਆ ਸਾਡੇ, ਜਦੋਂ ਉਹ ਵੱਡੇ ਹੋ ਜਾਂਦੇ ਆ ਅਲੱਗ ਘਰ ਹੋ ਜਾਂਦੇ ਆ, ਅਲੱਗ-ਅਲੱਗ ਜ਼ਮੀਨਾਂ ਹੋ ਜਾਂਦੀਆਂ, ਅਲੱਗ-ਅਲੱਗ ਕਬੀਲਦਾਰੀਆਂ ਹੋ ਜਾਂਦੀਆਂ।
ਲਵ ਅਤੇ ਕੁਸ਼ ਨੂੰ ਮਾਤਾ ਸੀਤਾ ਨੇ ਪਾਲਿਆ। ਰਾਮਚੰਦਰ ਨੇ ਤੇ ਸਵੀਕਾਰ ਨਾ ਕੀਤੀ ਪਤਨੀ ਜਦੋਂ ਰਾਵਣ ਤੋਂ ਛੁਡਵਾ ਤੇ ਲੈ ਆਇਆ, ਪਰ ਸਵੀਕਾਰ ਨਹੀਂ ਕੀਤੀ, ਨਾਲ ਨਹੀਂ ਰੱਖਿਆ। ਫਿਰ ਉਹਨੇ ਨਾ ਆਪ ਰਿਸ਼ੀਆਂ ਮੁਨੀਆਂ ਦੇ ਕੋਲ ਜਾ ਕੇ ਆਸ਼ਰਮਾਂ ਦੇ ਵਿੱਚ ਰਹਿ ਕੇ ਮਾਤਾ ਸੀਤਾ ਨੇ ਲਵ ਤੇ ਕੁਸ਼ ਨੂੰ ਪਾਲਿਆ। ਵੱਡੇ ਹੋਏ, ਰਾਜੇ ਬਣੇ। ਲਵ ਨੇ ਲਾਹੌਰ ਦੀ ਸਿਰਜਣਾ ਕੀਤੀ, ਕੁਸ਼ ਨੇ ਕਸੂਰ ਵਸਾਇਆ। ਆਪਣੀ ਆਪਣੀ ਰਾਜਧਾਨੀ ਉਹਨਾਂ ਨੇ ਬਣਾਈ। ਉਹਨਾਂ ਦੇ ਅਨੇਕ ਪੀੜ੍ਹੀ ਪਿੱਛੋਂ ਲਹੂ ਦੇ ਤਖਤ ਉੱਤੇ ਕਾਲ ਰਾਏ ਤੇ ਕੁਸ਼ੂ ਦੀ ਗੱਦੀ ਤੇ ਕਾਲਕੇਤ ਬੈਠੇ ਨੇ। ਕਾਫੀ ਸਾਲਾਂ ਬਾਅਦ ਉਹਨਾਂ ਦੀ ਕੁਲ ਚੱਲ ਪਈ। ਅੱਗੇ ਜਦੋਂ ਸਮਾਂ ਚੱਲਦਾ ਗਿਆ, ਇੱਕ ਪਾਸੇ ਲਵ ਦੀ ਕੁਲ ਦੇ ਵਿੱਚੋਂ ਕਾਲ ਰਾਏ ਗੱਦੀ ਤੇ ਬੈਠਿਆ, ਦੂਜੇ ਪਾਸੇ ਕੁਸ਼ ਦੀ ਕੁਲ ਦੇ ਵਿੱਚੋਂ ਦੋ ਕੁਲਾਂ ਚੱਲ ਪਈਆਂ ਨਾ, ਕਾਲਕੇਤ ਦੋ ਰਾਜੇ ਹੋਏ ਨੇ। ਜਰ, ਜੋਰੂ, ਜ਼ਮੀਨ, ਇਹ ਤਿੰਨੇ ਸਾਰੇ ਪਾਪਾਂ ਦਾ ਤੇ ਉਪਾਧੀਆਂ ਦਾ ਮੂਲ ਨੇ ਪਿਆਰਿਓ। ਮਨੁੱਖ ਇਹਨਾਂ ਤਿੰਨੇ ਚੀਜ਼ਾਂ ਪਿੱਛੇ ਪਾਪਾਂ ਦੇ ਵਿੱਚ ਗ੍ਰਸਤ ਹੁੰਦਾ ਹੈ। ਜਰ, ਜੋਰੂ, ਜ਼ਮੀਨ, ਇਹਨਾਂ ਤਿੰਨਾਂ ਦੇ ਪਿੱਛੇ ਮਨੁੱਖ ਪਾਪਾਂ ਦੇ ਵਿੱਚ ਗ੍ਰਸਤ ਹੁੰਦਾ ਹੈ। ਇਹ ਤਿੰਨੇ ਸਾਰੇ ਪਾਪਾਂ ਦੀਆਂ ਉਪਾਧੀਆਂ ਦਾ ਮੂਲ ਹੈ, ਮੁੱਢ ਹੈ। ਉਹਨਾਂ ਦੇ ਆਪਸ ਵਿੱਚ ਬਹੁਤ ਚਿਰ ਜੰਗ ਹੁੰਦੇ ਰਹੇ, ਕਾਲ ਰਾਏ ਤੇ ਕਾਲਕੇਤ ਦੇ ਵਿੱਚ, ਕਿਉਂਕਿ ਜ਼ਮੀਨ ਦਾ ਜਾਂ ਇਸਤਰੀ ਦਾ ਰੌਲਾ ਰਾਜੇ ਮਹਾਰਾਜਿਆਂ ਦਾ ਜਦੋਂ ਵੀ ਜੀਵਨ ਪੜ੍ਹਦੇ ਆ, ਜਾਂ ਰਾਮਚੰਦਰ ਵਰਗਿਆਂ ਦਾ, ਕ੍ਰਿਸ਼ਨ ਵਰਗਿਆਂ ਦਾ, ਇਹ ਤਿੰਨੇ ਚੀਜ਼ਾਂ ਤੇ ਹੀ ਉਹਨਾਂ ਦੀ ਸਾਰੀਆਂ ਜੰਗਾਂ, ਸਾਰਾ ਜੀਵਨ, ਸਾਰੀ ਜ਼ਿੰਦਗੀ ਇਹਨਾਂ ਤਿੰਨੇ ਚੀਜ਼ਾਂ ਦੇ ਪਿੱਛੇ ਹੀ ਉਹਨਾਂ ਨੇ ਇੱਦਾਂ ਬਸਰ ਕੀਤੀ। ਆਪਸ ਵਿੱਚ ਜੰਗ ਹੁੰਦੇ ਰਹੇ। ਓੜਕ ਕਾਲ ਰਾਏ ਨੇ ਕਾਲਕੇਤ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ। ਮਹਾਰਾਜ ਕਲਗੀਧਰ ਪਿਤਾ ਬਚਿੱਤਰ ਨਾਟਕ ਦੇ ਵਿੱਚ ਆਪ ਲਿਖਦੇ ਹੈ, ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਲਵ ਦਾ ਸੀ ਜਿਹੜਾ ਕਾਲ ਰਾਏ, ਉਹ ਜਿੱਤ ਗਿਆ। ਕੁਸੀ ਸਰਬ ਹਾਰੇ, ਕੁਸ਼ ਦੇ ਕੁਲ ਦੇ ਵਿੱਚੋਂ ਜਿਹੜਾ ਕਾਲਕੇਤ ਸੀ ਉਹ ਹਾਰ ਗਿਆ। ਬਚੇ ਜੇ ਬਲੀ ਪ੍ਰਾਣ ਕੇ ਸਿਧਾਰੇ। ਮਹਾਰਾਜ ਕਲਗੀਧਰ ਪਿਤਾ ਕਹਿੰਦੇ ਨੇ, ਕਹਿੰਦੇ ਫਿਰ ਉਹਦੇ ਪ੍ਰਾਣ ਤਾਂ ਨਹੀਂ ਲਏ ਉਹਨੇ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਉਹਨੂੰ, ਕੁਸ਼ ਨੂੰ, ਕਾਲਕੇਤ ਨੂੰ, ਜਿਹੜਾ ਕੁਸ਼ ਦੀ ਕੁਲ ਦੇ ਵਿੱਚੋਂ ਹੈ। ਕਹਿੰਦੇ ਕਾਲਕੇਤ ਆਪਣੀ ਸੈਨਾ ਸਮੇਤ ਲੁੱਟਮਾਰ ਕਰਦਾ ਹੋਇਆ ਨਾ ਸਨੌੜ ਦੇਸ਼ ਦੇ ਵਿੱਚ, ਜੋ ਆਗਰੇ ਤੋਂ ਦੱਖਣ ਪਾਸੇ ਆਮਰਕੋਟ ਤੱਕ ਚਲਾ ਗਿਆ। ਉੱਥੋਂ ਦੇ ਰਾਜੇ ਨੇ ਕਾਲਕੇਤ ਨੂੰ ਆਪਣੀ ਬੇਟੀ ਦਾ ਡੋਲਾ ਦੇ ਕੇ ਮੇਲ ਕਰ ਦਿੱਤਾ, ਭਾਵ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ। ਦੱਖਣ ਦਾ ਰਾਜਾ ਸੀਗਾ, ਦੱਖਣ ਦੇਸ਼ ਦੇ ਵਿੱਚ ਚਲਿਆ ਗਿਆ, ਭਾਵ ਕਿ ਜਿੱਧਰ ਆਪਾਂ ਹੁਣ ਹਜ਼ੂਰ ਸਾਹਿਬ ਹੈ। ਕਾਲਕੇਤ ਦੇ ਘਰ ਉਸ ਰਾਜੇ ਦੀ ਬੇਟੀ ਦੇ ਪੇਟ ਤੋਂ ਸੋਢੀ ਰਾਏ ਨਾਮ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਸੀ ਸੋਢੀ ਰਾਏ, ਜਿਸ ਤੋਂ ਸੋਢੇ ਖੱਤਰੀ ਹਨ। ਜਿਹੜੇ ਅੱਜ ਸਨਾਤਨੀ ਧਰਮ ਵਾਲੇ, ਹਿੰਦੂ ਧਰਮ ਵਾਲੇ ਕਹਿ ਦਿੰਦੇ ਆ ਨਾ ਕਿ ਸਿੱਖ ਹਿੰਦੂਆਂ ਦੇ ਵਿੱਚੋਂ ਨੇ। ਹਾਂ ਠੀਕ ਹੈ, ਅੱਗੇ ਕੁਲ ਤਾਂ ਹੈਗੀ ਸੀਗੀ, ਕੁਲ ਉਹੀ ਸੀ ਲਵ ਤੇ ਕੁਸ਼ ਦੀ, ਪਰ ਕਲਗੀਧਰ ਪਿਤਾ ਨੇ ਉਸ ਕੁਲ ਦਾ ਨਾਸ਼ ਕਰ ਦਿੱਤਾ, ਖਾਤਮਾ ਕਰ ਦਿੱਤਾ। ਅੰਮ੍ਰਿਤ ਦੀ ਦਾਤ ਦੇ ਕੇ ਆਖਿਆ, ਸਾਡੀ ਭਾਈ ਖਾਲਸਾ ਕੁਲ ਹੈ, ਸਾਡਾ ਕੋਈ ਸੰਬੰਧ ਨਹੀਂ। ਹੁਣ ਕਾਲਕੇਤ ਦੇ ਘਰ ਜਦੋਂ ਉਸ ਰਾਜੇ ਦੀ ਬੇਟੀ ਦੇ ਪੇਟ ਤੋਂ ਪੁੱਤਰ ਦਾ ਜਨਮ ਹੁੰਦਾ ਹੈ, ਨਾਮ ਸੋਢੀ ਰਾਏ ਰੱਖਦੇ ਹੈ, ਜਿਸ ਤੋਂ ਸੋਢੀ ਖੱਤਰੀ ਹਨ। ਸੋਢੀ ਰਾਏ ਦੇ ਨਾਨੇ ਨੇ ਆਪਣੇ ਹੋਰ ਪੁੱਤਰ ਨਾ ਹੋਣੇ ਕਰ ਇਸੇ ਨੂੰ ਆਪਣੇ ਰਾਜ ਦਾ ਮਾਲਕ ਕਰ ਦਿੱਤਾ।
ਸੋਢੀ ਰਾਜ ਦਾ ਜਿਹੜਾ ਨਾਨਾ ਸੀ ਨਾ, ਉਹਦੇ ਘਰ ਹੋਰ ਪੁੱਤਰ ਹੈ ਨਹੀਂ ਸੀ, ਧੀ ਸੀ। ਉਹਨੇ ਇਸੇ ਨੂੰ ਰਾਜਾ ਬਣਾ ਦਿੱਤਾ, ਆਪਣੇ ਦੋਤੇ ਨੂੰ। ਇਸ ਦੇ ਪ੍ਰਿਥਵੀ ਰਾਏ ਜਗਤ ਦੇ ਵਿੱਚ ਦੋ ਪੁੱਤਰ ਪੈਦਾ ਹੋਏ, ਇੱਕ ਪ੍ਰਿਥਵੀ ਰਾਏ ਤੇ ਇੱਕ ਜਗਤ ਰਾਏ। ਸੋਢੀ ਰਾਏ ਪ੍ਰਿਥਵੀ ਰਾਏ ਨੂੰ ਅਮਰਕੋਟ ਦਾ ਰਾਜ ਦੇ ਕੇ ਜਗਤ ਰਾਏ ਸਮੇਤ ਆਪਣੇ ਬਾਪ ਦਾ ਬੈਰ ਲੈਣ ਲਈ ਪੰਜਾਬ ਉੱਤੇ ਚੜ੍ਹਾਈ ਕਰਕੇ ਆ ਗਿਆ। ਵੱਡੇ ਵੱਡੇ ਜੰਗ ਕਰਕੇ ਕਾਲ ਰਾਏ ਦੇ ਪੋਤਰੇ ਦੇਵ ਰਾਏ ਨੂੰ ਉਹਨਾਂ ਦੇ ਕੁਟੁੰਬ ਸਮੇਂ ਸਾਰੇ ਪਰਿਵਾਰ ਸਣੇ ਮਾਰ ਕੇ ਪੰਜਾਬ ਵਿੱਚੋਂ ਕੱਢ ਛੱਡਿਆ ਤੇ ਰਾਜ ਇੱਥੋਂ ਦਾ ਆਪ ਸੰਭਾਲ ਲਿਆ। ਸਾਖੀਕਾਰ ਲਿਖਦਾ ਹੈ, ਕਹਿੰਦੇ ਉਹ ਪੂਰਬ ਦੇਸ਼ ਦੇ ਵਿੱਚ ਜਾ ਕੇ ਸ਼ਮਸ਼ੇਰ ਦੇ ਜ਼ੋਰ ਉੱਤੇ ਸਰਦਾਰ ਬਣ ਗਏ, ਪੂਰਬ ਦੇਸ਼ ਦੇ ਵਿੱਚ ਚਲੇ ਗਏ। ਉੱਥੋਂ ਦੇ ਲੋਕ ਨਿਹੱਥੇ ਸੀਗੇ, ਆਪਣੀ ਸ਼ਮਸ਼ੀਰ ਦੇ ਤਾਕਤ ਦੇ ਨਾਲ, ਹਥਿਆਰ ਦੀ ਤਾਕਤ ਦੇ ਨਾਲ ਉੱਥੋਂ ਦੇ ਸਰਦਾਰ ਬਣ ਗਏ। ਜੋ ਹੁਣ 12 ਬੰਕੀ ਨਵਾਬਗੰਜ ਦੇ ਇਰਦੇ ਗਿਰਦੇ ਠਾਕਰ ਸਦਾਉਂਦੇ ਨੇ, ਉਹਨਾਂ ਵਿੱਚੋਂ ਇੱਕ ਨੇ ਕਾਂਸੀ ਵਿੱਚ ਰਹਿ ਕੇ ਅਜਿਹੀ ਵੇਦ ਵਿਦਿਆ ਪੜ੍ਹੀ ਕਿ ਪੰਡਤਾਂ ਨੇ ਖੁਸ਼ ਹੋ ਕੇ ਉਸ ਨੂੰ ਵੇਦੀ ਪਦਵੀ ਦੇ ਦਿੱਤੀ। ਵੇਦੀ ਪਦਵੀ, ਵੇਦੀ ਉਹਨਾਂ ਨੂੰ ਕਹਿੰਦੇ ਆ ਪਿਆਰਿਓ, ਜਿਹੜੇ ਵੇਦਾਂ ਦਾ ਪਾਠ ਕਰਦੇ ਸੀ, ਵੇਦਾਂ ਸ਼ਾਸਤਰਾਂ ਦਾ ਪਾਠ ਕਰਦੇ ਸੀ ਜਿਹੜੇ, ਉਹਨਾਂ ਨੂੰ ਵੇਦੀ ਕਹਿੰਦੇ ਸੀ। ਵੇਦ ਪੜ੍ਹਨ ਦੇ ਕਾਰਨ ਪੰਡਤਾਂ ਨੇ ਖੁਸ਼ ਹੋ ਕੇ ਵੇਦੀ ਦੀ ਪਦਵੀ ਉਹਨੂੰ ਦੇ ਦਿੱਤੀ, ਜਿਸ ਕਰਕੇ ਉਹ ਸ਼ਾਸਤਰ ਵਿਦਿਆ ਦੇ ਬਲ ਨਾਲ ਸਾਰੇ ਦੇਸ਼ ਦੇ ਪੰਡਤਾਂ ਨੂੰ ਜਿੱਤਦਾ ਹੋਇਆ ਮਦਰ ਦੇਸ਼ ਦੇ ਵਿੱਚ ਜਾ ਪਹੁੰਚਦਾ, ਜਿੱਥੇ ਇਖਵਾਕ ਰਾਜੇ ਦੇ ਪ੍ਰਗਟ ਕੀਤੇ ਹੋਏ ਅੰਮ੍ਰਿਤਸਰ ਨਾਮ ਤੀਰਥ ਨੂੰ ਬੇਅੰਤ ਰਿਖੀ ਮੁਨੀ ਸਿਉਂ ਰਹੇ ਸਨ, ਉੱਥੇ ਆ ਪਹੁੰਚਦਾ। ਤੀਰਥ ਦੀ ਮਹਿਮਾ ਦੇਖ ਕੇ ਬੜਾ ਖੁਸ਼ ਹੋਇਆ। ਜਦ ਉਸਨੇ ਵੇਦਾਂ ਦੀਆਂ ਰਿਚਾਂ ਸਾਂਗੋ ਪਾਂਗ ਸੁਰਾਂ ਭਰ ਕੇ ਸਾਧੂਆਂ ਨੂੰ ਸੁਣਾਈਆਂ ਨਾ, ਉਹਨੇ ਵੇਦ ਸ਼ਾਸਤਰ ਸੁਣਾਏ, ਤਾਂ ਉਹਨਾਂ ਨੇ ਬੜੇ ਪ੍ਰੇਮ ਨਾਲ ਉਸ ਨੂੰ ਉੱਥੇ ਆਪਣੇ ਕੋਲ ਰੱਖ ਲਿਆ। ਉਸ ਸਮੇਂ ਦੇ ਇੱਥੇ ਬਿਆਸਾ ਦੇ ਸਕੀ ਨਦੀ ਦਾ ਸੰਗਮ ਹੋਣੇ ਕਰ ਕਹਿੰਦੇ ਸੁੰਦਰ ਸਥਾਨ ਸਾਧੂਆਂ ਕਰਕੇ ਸੁਸ਼ੋਭਿਤ ਹੋ ਰਿਹਾ ਸੀ, ਕਿਉਂਕਿ ਸੋਢੀ ਰਾਏ ਦੀ ਸੰਤਾਨ ਵਿੱਚੋਂ ਉਸ ਸਮੇਂ ਮੁਲਕ ਰਾਏ ਇਸ ਦੇਸ਼ ਦਾ ਰਾਜਾ ਬਹੁਤ ਧਰਮਾਤਮਾ ਸੰਤ ਸੇਵੀ ਸੀ। ਹੁਣ ਜਿਹੜੇ ਰਾਜੇ ਨੇ ਆਪਣੇ ਹੀ ਕੁਲ ਦੇ ਰਾਜੇ ਦੀ ਬੰਸ ਨੂੰ ਪੂਰਬ ਦੇਸ਼ ਦੇ ਵਿੱਚ ਕੱਢ ਦਿੱਤਾ ਸੀ, ਉਸੇ ਪੂਰਬ ਦੇਸ਼ ਦੇ ਵੱਲ ਗਏ ਹੋ ਰਾਜੇ ਦੀ ਅੰਸ਼ ਬੰਸ ਦੇ ਵਿੱਚੋਂ ਇਹ ਬੇਦੀ ਬਣ ਕੇ ਦੁਬਾਰਾ ਪੰਜਾਬ ਦੇ ਵਿੱਚ ਆ ਗਿਆ। ਕਿਸੇ ਨੂੰ ਕੋਈ ਪਤਾ ਨਹੀਂ ਕਿ ਉਸ ਕੁਲ ਦੇ ਵਿੱਚੋਂ ਹੈ, ਕਿਉਂਕਿ ਬੇਦੀ ਬਣ ਚੁੱਕਿਆ, ਵੇਦ ਪੜ੍ਹਨ ਵਾਲਾ। ਕਹਿੰਦੇ ਉਹ ਰਾਜਾ ਇੱਧਰ ਪੰਜਾਬ ਦੇਸ਼ ਦਾ ਰਾਜਾ ਸੀ, ਬਹੁਤ ਧਰਮਾਤਮਾ ਸੰਤ ਸੇਵੀ ਹੈ। ਜਦ ਉਸਨੇ ਬੇਦੀ ਰਾਏ ਤੋਂ ਵੇਦ ਸੁਣੇ ਤਾਂ ਉਸਨੂੰ ਅਜਿਹਾ ਬਰਾਗ ਹੋਇਆ ਕਿ ਉਸੇ ਘੜੀ ਬੇਦੀ ਰਾਏ ਨੂੰ ਰਾਜ ਸਾਜ ਦਾ ਸੰਕਲਪ ਦੇ ਕੇ ਆਪ ਈਸ਼ਵਰ ਦੀ ਭਗਤੀ ਕਰਨ ਵਾਸਤੇ ਤਪੋਵਨ ਜੰਗਲ ਦੇ ਵਿੱਚ ਚਲਾ ਗਿਆ। ਅੱਗੇ ਏਦਾਂ ਹੀ ਹੁੰਦਾ ਪਿਆਰਿਓ, ਰਾਜੇ ਰਾਜ ਕਰਦੇ, ਕਿਉਂਕਿ ਈਸ਼ਵਰ ਦੀ ਸ਼ਕਤੀ ਤੋਂ ਬਿਨਾਂ ਨਹੀਂ ਹੁੰਦਾ। ਰਾਜਿਆਂ ਨੂੰ ਉਹ ਭਿਖਾਰੀ ਬਣਾ ਦਿੰਦਾ, ਰਾਜਿਆਂ ਤੋਂ ਰਾਜ ਛਡਵਾ ਕੇ ਨਾਮ ਜਪਣ ਦੇ ਵਾਲੇ ਬਣਾ ਦਿੰਦਾ, ਜਾਂ ਭੀਖ ਮੰਗਣ ਵਾਲੇ ਬਣਾ ਦਿੰਦਾ, ਤੇ ਜਾਂ ਭੀਖ ਮੰਗਣ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਰਾਜੇ ਬਣਾ ਦਿੰਦਾ, ਉਹਨਾਂ ਨੂੰ ਰਾਜ ਭਾਗ ਤੇ ਬਿਠਾ ਦਿੰਦਾ। ਜ਼ਿਆਦਾਤਰ ਅੱਗੇ ਰਾਜੇ ਏਦਾਂ ਹੀ ਹੁੰਦੇ, ਜਿਹੜੇ ਧਰਮੀ ਰਾਜੇ ਹੁੰਦੇ ਨਾ, ਜਦੋਂ ਕਿਸੇ ਤੋਂ ਉਹ ਧਰਮ ਦੀ ਉਪਮਾ ਬਹੁਤੀ ਸੁਣ ਲੈਂਦੇ, ਵਿਰਾਗ ਉਤਪੰਨ ਹੋ ਜਾਂਦਾ ਉਹਨਾਂ ਦੇ ਮਨ ਦੇ ਵਿੱਚ। ਕਿਉਂਕਿ ਪਿਆਰਿਓ, ਜਿਵੇਂ ਆਪਾਂ ਕਹਿੰਦੇ ਨਾ, ਆਮ ਬੰਦੇ ਨੂੰ ਪਤਾ ਲੱਗ ਜਾਂਦਾ, ਪੱਥਰ ਚੱਟ ਕੇ ਜਿਵੇਂ ਆਪਾਂ ਕਹਿੰਦੇ ਹੁੰਦੇ ਮੁੜਦਾ, ਪਤਾ ਲੱਗ ਜਾਂਦਾ ਕਿ ਆਹ ਸੰਸਾਰੀ ਰਸਾਂ ਕਸਾਂ ਦੇ ਵਿੱਚ, ਸੰਸਾਰ ਦੀਆਂ ਉੱਚੀਆਂ ਪਦਵੀਆਂ ਦੇ ਵਿੱਚ ਕੁਝ ਨਹੀਂ ਰੱਖਿਆ। ਜੇ ਰੱਖਿਆ ਨਾ ਆਤਮਿਕ ਆਨੰਦ, ਤਾਂ ਉਹ ਨਾਮ ਦੇ ਵਿੱਚ ਹੈ, ਪਤਾ ਲੱਗ ਜਾਂਦਾ। ਫਿਰ ਉਹਨਾਂ ਸਮਿਆਂ ਦੇ ਰਾਜੇ ਨਾ ਫਿਰ ਰਾਜ ਭਾਗ ਛੱਡ ਕੇ ਚਲੇ ਜਾਂਦੇ,
ਕਹਿੰਦੇ ਇਹ ਤੋਂ ਵੇਦਾਂ ਦਾ ਪਾਠ ਸਤਿਕਾਰ ਦੇਖੋ ਪਿਆਰਿਓ ਕਿੰਨਾ ਹੈ। ਵੇਦਾਂ ਦੇ ਪਾਠ ਸੁਣੇ ਬੇਦੀ ਰਾਏ ਤੋਂ। ਜਦੋਂ ਬੇਦੀ ਰਾਏ ਤੋਂ ਪਾਠ ਸੁਣੇ ਨੇ ਪ੍ਰੇਮ ਨਾਲ ਉਹਨੇ ਪਾਠ ਸੁਣਾਇਆ, ਆਪਣਾ ਰਾਜ ਭਾਗ ਹੀ ਉਹਨੂੰ ਦੇ ਕੇ। ਅੱਜ ਅਸੀਂ ਪੈਸੇ ਪਿੱਛੇ ਰੋਂਦੇ, ਮੇਰੇ ਵਰਗਾ ਨਾ ਪਾਠ ਕਰਕੇ ਕੋਈ ਆਪਣਾ ਹੱਕ ਮੰਗ ਲਵੇ ਕਿ ਇੰਨੇ ਕੁ ਭਾਈ ਇੰਨਾ ਕੁ ਸਮਾਜ ਦੇ ਵਿੱਚ ਚੱਲਦਾ ਹੈ। ਅਗਲਾ ਕਹਿੰਦਾ ਬਾਬਾ ਲੁੱਟ ਮਚਾ ਛੱਡੀਏ। ਕਦੇ ਪੜ੍ਹ ਕੇ ਵੇਖਿਆ ਕਰੋ ਕਿ ਜਿਨ੍ਹਾਂ ਨੇ ਕਿਸੇ ਚੀਜ਼ ਤੋਂ ਸਿੱਖਿਆ ਲੈਣੀ ਹੋਵੇ ਨਾ, ਜਿਹੜੀ ਚੀਜ਼ ਜੀਵਨ ਦਾ ਗਿਆਨ ਪ੍ਰਦਾਨ ਕਰਦੀ ਹੋਵੇ ਉਹਦਾ ਮੁੱਲ ਕੋਈ ਨਹੀਂ ਹੁੰਦਾ ਪਿਆਰਿਓ। ਉਲਟੀ ਹੋ ਗਈ ਨਾ ਗੰਗਾ ਉਲਟੀ ਵਹਿ ਗਈ। ਜਿਹੜੇ ਗੰਦਮੰਦ ਸੁਣਾਉਂਦੇ ਆ ਸਾਡੀਆਂ ਧੀਆਂ ਦੇ ਲੱਕ ਮਿਲਦੇ ਆ, ਉਹਨਾਂ ਨੂੰ ਅਸੀਂ ਲੱਖਾਂ ਉਡਾ ਦਿੰਦੇ ਆ, ਡੀਜਿਆਂ ਤੇ ਕਿੰਨੇ ਸੁੱਟਦੇ ਆ। ਤੇ ਜਿਹੜੇ ਤੁਹਾਨੂੰ ਜੀਵਨ ਦਾ ਕੋਈ ਚੰਗਾ ਕਰਮ ਦੱਸਦੇ ਆ ਬਾਣੀ ਦੇ ਰਾਹੀਂ, ਉਹਨਾਂ ਨੂੰ ਦੇਣ ਲੱਗੇ ਕੰਨੀ ਕਤਰਾਉਂਦੇ ਆ। ਹੁਣ ਵੇਖੋ ਕਿੱਡਾ ਇਤਿਹਾਸ ਦੇ ਵਿੱਚ ਆਇਆ। ਕਹਿੰਦੇ ਬੇਦੀ ਰਾਏ ਤੋਂ ਜਦੋਂ ਵੇਦਾਂ ਦੇ ਉਹਨੇ ਪਾਠ ਸੁਣੇ ਨਾ ਰਾਜੇ ਨੇ, ਮਨ ਨੂੰ ਐਸਾ ਬਰਾਗ ਦੀ ਚੇਟਕ ਲੱਗੀ। ਉਹਨੂੰ ਕਹਿੰਦਾ ਤੂੰ ਇਉਂ ਕਰ, ਤੂੰ ਰਾਜਾ ਬਣ ਜਾ। ਮੈਂ ਕਹਿੰਦਾ ਚੱਲਿਆ। ਉਹਨੂੰ ਰਾਜ ਭਾਗ ਦੇ ਕੇ ਆਪਣਾ ਸਾਰਾ ਪੰਜਾਬ ਦਾ ਆਪ ਤਪੋਵਨ ਦੇ ਵਿੱਚ ਜਾ ਰਿਹਾ। ਰਾਜ ਸਾਜ ਲੈਣ ਦੇ ਸਮੇਂ ਬੇਦੀ ਨੇ ਬਚਨ ਕੀਤਾ। ਬੇਦੀ ਨੇ ਕਹਿੰਦਾ ਜਿੱਕੂ ਤੁਸਾਂ 3 ਵੇਦ ਸੁਣ ਕੇ ਮੈਨੂੰ ਰਾਜ ਗੱਦੀ ਦਿੱਤੀ ਹੈ ਨਾ, ਉਸ ਬੇਦੀ ਨੇ ਬਚਨ ਕੀਤੇ ਰਾਜੇ ਨਾਲ ਰਾਜ ਸਾਜ ਲੈਣ ਵੇਲੇ। ਕਹਿੰਦਾ ਜਿਵੇਂ ਤੈਂ 3 ਵੇਦ ਸੁਣ ਕੇ, ਅਜੇ ਚੌਥਾ ਨਹੀਂ ਸੀ ਸੁਣਿਆ, 3 ਸੁਣੇ ਸੀ, 3 ਵੇਦ ਸੁਣ ਕੇ ਮੈਨੂੰ ਰਾਜ ਗੱਦੀ ਦੇ ਦਿੱਤੀ ਹੈ ਨਾ, ਇਵੇਂ ਕਹਿੰਦਾ ਮੇਰੀ ਸੰਤਾਨ ਆਪਣੀ ਰਾਜ ਜੋਗ ਦੀ ਗੱਦੀ 3ਜੀ ਪੀੜ੍ਹੀ ਤੇਰੀ ਸੰਤਾਨ ਨੂੰ ਦੇਵੇਗੀ। ਜਦੋਂ ਮੇਰੀਆਂ 3 ਪੀੜ੍ਹੀਆਂ ਪੂਰੀਆਂ ਹੋ ਗਈਆਂ, ਮੇਰੀ ਸੰਤਾਨ ਤੇਰੀ ਸੰਤਾਨ ਨੂੰ ਗੱਦੀ ਦੇਵੇਗੀ। ਸੋ ਮੁਲਕ ਰਾਏ ਸੋਢੀ ਦੀ ਸੰਤਾਨ ਵਿੱਚੋਂ ਸੰਭੀਰ 1, ਮੋਤਾ 2, ਅਨੰਤਾ 3, ਚਿੱਤ ਭੋਜ 4 ਤੇ ਕਿਸ਼ਨ ਕੁਵਰ 5, ਹਰੀ ਰਾਮ ਰਾਏ 6, ਠਾਕੁਰ ਦਾਸ 7, ਹਰਦਾਸ 8 ਬਹੁਤ ਉੱਗੇ ਹੋਏ। ਇਹ ਉਸ ਮੁਲਕ ਰਾਏ ਸੋਢੀ ਦੀ ਸੰਤਾਨ ਦੇ ਵਿੱਚੋਂ ਹੋਏ। ਹਰੀ ਰਾਮ, ਠਾਕੁਰ ਦਾਸ ਅਤੇ ਹਰਦਾਸ ਦੇ ਘਰ ਜਾ ਕੇ ਚੌਥਾ ਪਾਤਸ਼ਾਹ ਬਾਬਾ ਗੁਰੂ ਰਾਮਦਾਸ ਜੀ ਪ੍ਰਗਟ ਹੁੰਦੇ ਹੈ। ਇਹ ਪੁੱਤਰ ਹੋਏ। ਸੋ ਗੁਰੂ ਨਾਨਕ ਦੇਵ ਜੀ ਤੋਂ 3ਜੀ ਪੀੜ੍ਹੀ ਗੁਰੂ ਅਮਰਦਾਸ ਜੀ ਨੇ ਹਰਦਾਸ ਨਾਮ ਸੋਢੀ ਦੇ ਪੁੱਤਰ ਰਾਮਦਾਸ ਜੀ ਨੂੰ ਰਾਜ ਜੋਗ ਗੱਦੀ ਦੇ ਕੇ ਬੇਦੀ ਰਾਜ ਦਾ ਬਚਨ ਪੂਰਾ ਕੀਤਾ। 3 ਗੁਰੂ ਅਮਰਦਾਸ ਤੱਕ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਮਰਦਾਸ ਤੱਕ ਇਹ ਕੁਲਾਂ ਅਲੱਗ ਰਹੀਆਂ। ਪਹਿਲੀ ਕੁਲ ਬੇਦੀ ਰਹੀ, ਦੂਜੀ ਵੀ ਅੱਗੇ ਤ੍ਰੇਹਣ ਰਹੀ। ਤ੍ਰੇਹਣ ਕੁਲ ਦੇ ਵਿੱਚੋਂ ਸੀ ਧੰਨ ਗੁਰੂ ਅੰਗਦ ਦੇਵ ਜੀ। ਇਹਦਾ ਅੱਗੇ ਜੋੜ ਜਾ ਕੇ ਜੁੜਦਾ ਹੈ ਬੇਦੀ ਕੁਲ ਦੇ ਨਾਲ। ਫਿਰ ਉਸੇ ਕੁਲ ਦੇ ਵਿੱਚੋਂ ਅੱਗੇ ਦੀ ਅੱਗੇ ਮੇਲ ਮਿਲ ਕੇ ਨਿਕਲਦੀ ਹੈ ਭੱਲੇ ਕੁਲ, ਗੁਰੂ ਅਮਰਦਾਸ ਜੀ ਦੀ ਕੁਲ। ਬਚਨ ਕੀਤਾ ਸੀ ਨਾ ਰਾਜ ਭਾਗ ਛੱਡਣ ਵੇਲੇ, ਆਖਿਆ ਸੀ ਤੂੰ ਮੈਨੂੰ 3 ਵੇਦ ਸੁਣ ਕੇ ਰਾਜ ਭਾਗ ਦੀ ਚੱਲਿਆ। ਮੇਰੇ ਜਦੋਂ 3 ਪੀੜ੍ਹੀਆਂ ਮੇਰੀਆਂ ਪੂਰੀਆਂ ਹੋ ਗਈਆਂ, ਮੈਂ ਤੇਰੇ ਨਾਲ ਬਚਨ ਕਰਦਾ। 3 ਪੀੜ੍ਹੀਆਂ ਤੋਂ ਬਾਅਦ ਚੌਥੀ ਪੀੜ੍ਹੀ ਨੂੰ ਤੇਰੀ ਨੂੰ ਮੈਂ ਰਾਜ ਭਾਗ ਸਾਡੇ ਕੁਲ ਦੇ ਵਿੱਚੋਂ ਦੇਣਗੇ। ਉਹ ਚੌਥੀ ਪੀੜ੍ਹੀ ਧੰਨ ਗੁਰੂ ਰਾਮਦਾਸ ਬਾਬਾ ਜੇਠਾ ਜੀ ਜਿਹੜੇ ਸੋਢੀ ਕੁਲ ਦੇ ਨੇ ਨਾ, ਉਹਨਾਂ ਨੂੰ ਆ ਕੇ ਮਿਲੀ ਪਿਆਰਿਓ। ਬਚਨ ਪੂਰਾ ਕੀਤਾ। ਗੁਰੂ ਰਾਮਦਾਸ ਜੀ ਤੋਂ 5ਵੀਂ ਪੀੜ੍ਹੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਲਗੀਧਰ ਹੋਏ ਸਨ। ਇਉਂ ਪਿਆਰਿਓ ਇਹਨਾਂ ਦੀ ਕੁਲ ਦੇ ਵਿੱਚ ਇਹ ਮੇਲ ਮਿਲਿਆ ਕਲਗੀਧਰ ਜੀ ਦਾ, ਕਿਉਂਕਿ ਕਾਲ ਰਾਏ ਤੇ ਕਾਲ ਕੇਤ ਇਹ ਦੋਵੇਂ ਭਰਾ ਸੀ। ਅਲੱਗ-ਅਲੱਗ ਕੁਲਾਂ ਚਲੀਆਂ, ਅੱਗੇ ਫੇਰ ਆ ਕੇ ਇਹ ਮਿਲ ਗਈਆਂ ਨੇ। ਕਲਗੀਧਰ ਪਿਤਾ ਜੀ ਉਸ ਸੋਢੀ ਕੁਲ ਦੇ ਵਿੱਚੋਂ ਫਿਰ ਹੋਏ।
चौथे पातशाह तो लैके फिर कलगीधर पिता तक सोढी कोल चलदी है। ਚੱਲੀ ਪੀੜੀ ਸੋਢੀਆਂ रूप बटावन बारो बारी भाई, गुरदास जी कहते ने। हुण पिछले जन्म की गल कीती सी कि गुरु जी दे पिछले जन्म की कथा की है। उन्हां दी कुल बारे ते आपां समझ लिया कि कलगीधर पिता दी कुल की है। हुण उन्हां दे पिछले जन्म की कथा है। कलगीधर पिता जी आप जी का पिछला जन्म जिहड़ा है उस दे विच नाम है दुष्ट दमन। आप जी ने भारी तप किया। तपस्या करते हुए पहले तो कंद फल फुल साग भाजी सकते रहे, अगे अजिहा ही सकते। हुण कौन देवे? दुष्ट दमन ने तपस्या कीती किथे है? हेमकुंड साहिब दा आपां अस्थान वेखदे आ ना, तीर्थ प्यारे। हुण उत्थे किथे है? कणकां थल्ले आके पहाड़ियां ते है, अगे जमां उपरली सिखरली चोटी है ना, जिथे हेमकुंड सोभत है तहां, सप्त श्रृंग सोभत है तहां। जिथे हेमकुंड दा पर्बत है उत्थे 7 चोटियां सोंदियां। उत्थे किथे है खाण वालियां वस्तुआं? उत्थे की खांदे रहे? कंद फल फुल साग भाजी, भाव जड़ियां बूटियां पत्ते आदि। इस तरह गुजारा किया। उड़क शीतली कुंभक अजिही साधी, शीतली भाव ठंडी कुंभक अजिही साधी ठंड दे विच कि पौण आहारी हो बैठे। पौण आहारी उहनूं कहंदे आ, पौण दे आसरे, हवा दे आसरे जीना। हुण जीवदे तां आपां भी सारे हवा दे आसरे हैं, हवा ही सारियां दा जन जीवन है। पर सानू शरीर नूं फिर भी लोड़ पैंदी है भोजन आदਿਕ दी। ਸਾਹ ਦੇ ਨਾਲ ਤਾਂ ਅਸੀਂ ਜਿਉਂਦੇ ਹੀ ਜਿਉਂਦੇ ਆ, ਹਵਾ ਦੇ ਨਾਲ ਹਵਾ ਨਾ ਹੋਏ। ਸੋਚ ਕੇ ਵੇਖੋ, ਆਪਾਂ ਬਿੰਦੇ ਨਹੀਂ ਗਏ। ਪਿੱਛੇ ਕਰੋਨਾ ਕਾਲ ਚੱਲਿਆ, ਡਾਕਟਰ ਕੀ ਕਹਿੰਦੇ? ਇਹਦਾ ਤਾਂ ਆਕਸੀਜਨ ਖਤਮ ਹੋ ਗਈ ਅੰਦਰੋਂ, ਹਵਾ ਕਰਾਉਸ਼ਨੋਂ ਹਟ ਗਈ, ਆਕਸੀਜਨ ਖਤਮ ਹੋ ਗਈ, ਖਤਮ ਹੈ ਜੀਵਨ ਬਸ। ਉਹ ਤੇ ਜ਼ਰੂਰੀ ਹੈ, ਨਾਲ ਭੋਜਨ ਵੀ ਜ਼ਰੂਰੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਰਿਸ਼ਟ ਪੁਸ਼ਟ ਰੱਖਣ ਵਾਸਤੇ ਜ਼ਰੂਰੀ ਹੈ ਨਾ। ਪੌਣਹਾਰੀ ਉਸ ਨੂੰ ਕਹਿੰਦੇ ਆ ਕਿ ਉਹਨਾਂ ਦਾ ਸਰੀਰ ਵੀ ਇਹੋ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਭੋਜਨ ਦੀ ਬਹੁਤੀ ਲੋੜ ਨਹੀਂ ਰਹਿੰਦੀ। ਛਕ ਲਿਆ ਤਾਂ ਠੀਕ ਹੈ, ਨਹੀਂ ਫਿਰ ਹਵਾ ਦੇ ਆਸਰੇ ਜਿਉਂਦੇ ਆ। ਅੱਜ ਵੀ ਕਈ ਸਰੀਰ ਅਜਿਹੇ ਨੇ ਜਿਹੜੇ 8-8 ਪਹਿਰੀ ਰੋਟੀ ਖਾਂਦੇ ਆ, ਜਾਂ ਕਈ ਦਿਨ ਖਾਂਦੇ ਹੀ ਨਹੀਂ। ਅੱਜ ਵੀ ਹੈਗੇ ਨੇ ਐਸੇ ਸਰੀਰ, ਸਰ ਜਾਂਦਾ ਉਹਨਾਂ ਦਾ। ਇਹ ਵੀ ਸੱਚ ਹੈ ਕਿ ਕੰਮ ਵਾਲਿਆਂ ਦਾ ਨਹੀਂ ਸਰਦਾ ਭਾਈ। ਚਲੋ ਰਹੋ ਵਿਚਾਰ। ਕਹਿੰਦੇ ਇਸ ਤਰ੍ਹਾਂ ਪੌਣ ਆਹਾਰੀ ਹੋ ਬੈਠੇ, ਕਦੇ ਇੱਕ ਚਰਨ ਦੇ ਭਾਰ ਸਰੋਂ ਦੀ ਤਰ੍ਹਾਂ ਖੜੇ ਰਹਿੰਦੇ ਆ। ਇੱਕ ਚਰਨ ਤੇ ਖੜੇ ਰਹਿੰਦੇ ਆ, ਇੱਕ ਲੱਤ ਤੇ। ਇੰਨੀ ਸਮਾਧੀ, ਐਡੀ ਭਾਰੀ ਤਪੱਸਿਆ। ਐਵੇਂ ਨਹੀਂ ਅਰੰਗੇ ਵਰਗਿਆਂ ਨੂੰ ਇੱਥੋਂ ਪਿਆਰੇ ਕੱਢਿਆ, ਭਗਤੀ ਹੁਣੇ ਵੀ ਬੜੀ ਕੀਤੀ ਸੀ। ਐਵੇਂ ਨਹੀਂ ਉਹਨੇ ਕਲਗੀਧਰ ਨਾਲ ਮੱਥਾ ਲਾ ਲਿਆ। ਭਗਤੀ ਦੋਵਾਂ ਦੀ ਹੈ, ਤਾਂ ਹੀ ਮੇਲ ਹੁੰਦਾ ਨਾ। ਅੱਗੇ ਕਹਿੰਦੇ ਕਦੇ ਇੱਕ ਲੱਤ ਤੇ ਖਲੋਤੇ ਰਹਿਣਾ, ਕਦੇ ਕਪਾਲੀ ਆਸਣ ਕਰਨਾ। ਕਪਾਲੀ ਆਸਣ ਜਾਣਦੇ ਆ ਨਾ? ਕਪਾਲ ਕਹਿੰਦੇ ਆ ਸਾਡੇ ਸਿਰ ਨੂੰ, ਆਪਾਂ ਸਿਰ ਕਹਿ ਦਿੰਦੇ ਆ, ਜਾਂ ਦਿਮਾਗ ਕਹਿ ਲਈਏ ਉੱਪਰ ਹੈ ਨਾ, ਸਾਡਾ ਉੱਪਰਲਾ ਹਿੱਸਾ ਸਰੀਰ ਦਾ। ਇਹਨੂੰ ਵੇਦਾਂ ਸ਼ਾਸਤਰਾਂ ਦੇ ਵਿੱਚ ਇਹਨੂੰ ਕਪਾਲ ਆਖਿਆ, ਕਪਾਲ ਭਾਤੀ। ਕਪਾਲ ਭਾਤੀ ਭਾਵ ਸਿਰ ਦੇ ਸਹਾਰੇ ਸਰੀਰ ਖੜਾਉਣਾ। ਉਦਾਂ ਤੇ ਕੁਦਰਤੀ ਨਿਯਮ ਹੈ, ਪੈਰਾਂ ਦੇ ਸਹਾਰੇ ਖੜਦਾ ਸਰੀਰ, ਭਾਵ ਕਿ ਉਲਟੇ ਸਿਰ ਦੇ ਸਹਾਰੇ ਖੜੇ ਰਹਿਣਾ। ਇਹਨੂੰ ਕਪਾਲ ਭਾਤੀ ਆਸਣ ਕਹਿੰਦੇ ਆ ਯੋਗ ਸਾਧਨਾਵਾਂ ਦੇ ਵਿੱਚ। ਕਪਾਲੀ ਆਸਣ ਕਰਕੇ ਕਹਿੰਦੇ ਡਿੱਥ ਵਾਂਗੂ ਅਡੋਲ ਰਹਿੰਦੇ ਆ। ਕਈ ਬਰੇ ਸਮਾਧੀ ਲਾਈ ਰੱਖਦੇ, ਕਈ ਬਰੇ ਲਿਖਿਆ। ਪੁਰਾਤਨ ਯੁੱਗਾਂ ਦੀ ਗੱਲ ਹੈ ਇਹ।
ਕਹਿੰਦੇ ਕਦੇ ਕਪਾਲੀ ਆਸਨ ਕਰਦੇ ਨੇ, ਕਦੇ 10 ਦੁਆਰੇ ਬਿਰਤੀ ਚੜਾ ਕੇ ਅਨਾਹਦ ਸ਼ਬਦ ਦੀ ਧੁਨਕਾਰ ਤੇ ਦੀਪ ਸਿਖਾਵਤ ਜੋਤ ਦਾ ਨਜ਼ਾਰਾ ਲੈ ਲੈਂਦੇ ਹੈ। ਉਸ ਦੀ ਸਮਤਾ ਬਿਰਤੀ ਦੇ ਪ੍ਰਤਾਪ ਕਰਕੇ ਉਸ ਬਣ ਦੇ ਰਹਿਣ ਵਾਲੇ ਪਸ਼ੂ ਪੰਛੀ ਵੀ 12-12 ਕੋਹ ਤੱਕ ਐਸੇ ਨਿਰਵਿਕਾਰ ਨਿਰਵੈਰ ਹੋ ਰਹੇ। ਕਹਿੰਦੇ ਬਘਿਆੜ, ਹਰਨ, ਸੱਪ, ਮੋਰ, ਚਕੋਰ, ਚਿੜੀਆਂ, ਬਾਜ, ਸ਼ੇਰ, ਬੱਕਰੀਆਂ ਸਭ ਇਕੱਠੇ ਹੋ ਕੇ ਵਿਚਰਦੇ ਨੇ। ਨਹੀਂ, ਇਹ ਇਕੱਠੇ ਨਹੀਂ ਰਹਿ ਸਕਦੇ। ਸ਼ੇਰ ਤੇ ਬੱਕਰੀਆਂ ਕਿੱਥੇ ਇਕੱਠੇ ਰਹਿਣਗੇ ਪਿਆਰੇ? ਰਹਿ ਨਹੀਂ ਸਕਦੇ, ਕਿਉਂਕਿ ਬੱਕਰੀਆਂ ਨੂੰ ਖਾ ਜਾਏਗਾ ਸ਼ੇਰ, ਬਘਿਆੜ ਖਾ ਜਾਏਗਾ ਹਰਨਾਂ ਨੂੰ, ਬੱਕਰੀਆਂ ਨੂੰ, ਸੱਪ ਡੱਸ ਲਏਗਾ। ਕਹਿੰਦੇ 12-12 ਕੋਹ ਤੱਕ ਇੰਨਾ ਇਹਨਾਂ ਦੇ ਸਿਮਰਨ ਦਾ, ਇਹਨਾਂ ਦੀ ਭਗਤੀ ਦਾ ਪ੍ਰਤਾਪ ਹੈ। ਕਹਿੰਦੇ ਸਾਰੇ ਇਕੱਠੇ ਰਹਿੰਦੇ ਆ, ਹੁੰਦਾ ਪ੍ਰਤਾਪ। ਆ ਸੁਣਨ ਵਾਲਿਆਂ ਤੋਂ ਸੁਣਦੇ ਐ, ਕਿਤਾਬਾਂ ਵੀ ਪੜ੍ਹਦੀਆਂ ਐ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੰਤ ਈਸਰ ਸਿੰਘ ਜੀ ਜਾਂ ਰਾੜਾ ਸਾਹਿਬ ਵਾਲੇ ਜਾਂ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਜਦੋਂ ਤਪੋਵਨ ਦੇ ਵਿੱਚ ਬਹਿੰਦੇ ਨਾ, ਕਹਿੰਦੇ ਉਹਨਾਂ ਤੇ ਐਂ ਸੱਪ ਚੜੇ ਰਹਿੰਦੇ, ਉਹਨਾਂ ਦੇ ਸਰੀਰ ਤੇ ਕੋਈ ਡੰਗ ਨਹੀਂ ਸੀ ਮਾਰਦੇ, ਕੁਝ ਨਹੀਂ ਸੀ, ਨਾ ਆਉਣ ਜਾਣ ਵਾਲਿਆਂ ਨੂੰ ਕੁਝ ਕਹਿੰਦੇ ਜਿਹੜਾ ਕੋਈ ਉਹਨਾਂ ਕੋਲੇ ਆਉਂਦਾ ਜਾਂਦਾ। ਭਾਵ ਕਿ ਨਾਮ ਦਾ ਪ੍ਰਤਾਪ ਹੁੰਦਾ ਹੈ। ਉਹਨਾਂ ਦੇ ਵੀ ਵਿਕਾਰ ਚਲੇ ਜਾਂਦੇ ਹੈ, ਉਹ ਵੀ ਨਿਰਵੈਰ ਹੋ ਜਾਂਦੇ ਹੈ। ਨਾਮ ਹੈ ਨਾ ਜਿਹੜਾ ਪਿਆਰੇ, ਉਹ ਨਾਮ ਇਹ ਮਨੁੱਖ ਨੂੰ, ਇਕੱਲੇ ਮਨੁੱਖ ਨੂੰ ਨਹੀਂ, ਇਹ ਸਭਨਾਂ ਨੂੰ ਨਿਰਭਉ ਕਰਦਾ ਤੇ ਨਿਰਵੈਰ ਕਰਦਾ। ਇਸੇ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਆਖਿਆ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਬੰਦਿਆ ਇਹਨੂੰ ਜਪ ਕੇ ਨਿਰਭਉ ਬਣ ਜਾ, ਕਿਸੇ ਦਾ ਡਰ ਨਾ ਰੱਖ, ਇਹਨੂੰ ਬਣ ਕੇ ਨਿਰਵੈਰ ਬਣ ਜਾ, ਕਿਸੇ ਨਾਲ ਵੈਰ ਨਾ ਰੱਖ। ਅਸੀਂ ਤੇ ਬਾਣੀ ਪੜ੍ਹ ਕੇ ਭਰਾ ਦੇ ਨਾਲ ਵੈਰ ਰੱਖੀ ਜਾਂਦਾ ਪਿਆਰਿਓ, ਇੱਕ ਦੂਜੇ ਨਾਲ ਵੈਰ ਰੱਖਦੇ। ਕਹਿੰਦੇ ਸਾਰੇ ਇਕੱਠੇ ਹੋ ਕੇ ਵਿਚਰਦੇ ਆ, ਕੋਈ ਕਿਸੇ ਵੱਲ ਕੌੜੀ ਅੱਖ ਕਰਕੇ ਨਹੀਂ ਸੀ ਤੱਕਦਾ। ਐਸਾ ਪ੍ਰਤਾਪ ਸੀ ਦੁਸ਼ਟ ਦਮਨ ਦੀ ਸਿਮਰਨ ਦੀ ਤਾਕਤ। ਇਸੇ ਕਰਕੇ ਵੱਡੇ ਵੱਡੇ ਰਿਖੀ ਮੁਨੀ ਸਿੱਧ ਜੋਗੀਸਰ ਉਸ ਦਾ ਦਰਸ਼ਨ ਤੇ ਸਤਸੰਗ ਕਰਨ ਲਈ ਉੱਥੇ ਆ ਗਏ। ਜਦੋਂ ਪਤਾ ਲੱਗਿਆ ਨਾ ਕਿ ਉਸ ਚੋਟੀਆਂ ਦੇ ਉੱਪਰ ਇੱਕ ਦੁਸ਼ਟ ਦਮਨ ਨਾਮੀ ਪੁਰਸ਼ ਰਹਿੰਦਾ, ਬੜੀ ਤਪੱਸਿਆ ਕਰਦਾ, ਕਹਿੰਦੇ ਵੱਡੇ ਵੱਡੇ ਦੂਰ ਦੂਰ ਤੋਂ ਚੋਟੀਆਂ ਤੋਂ ਚੱਲ ਕੇ ਮਹਾਤਮਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ। ਜਿਵੇਂ ਸ਼ਰਾਬੀ ਨੂੰ ਮਿਲਣ ਵਾਸਤੇ ਦੂਰ ਤੋਂ ਚੱਲ ਕੇ ਆ ਜਾਂਦਾ ਹੈ ਨਾ, ਕਿਉਂਕਿ ਜਿਹੋ ਜਿਹਾ ਮਨੁੱਖ ਦਾ ਕੋਈ ਆਪਣਾ ਸੁਭਾਅ ਹੋਵੇ ਨਾ, ਉਹੇ ਜਿਹੇ ਸੁਭਾਅ ਵਾਲਾ ਉਹ ਭਾਲਦਾ। ਸਾਧੂ ਮਹਾਤਮਾ ਰਿਸ਼ੀ ਮੁਨੀ ਭਾਲਦੇ ਕੋਈ ਸਾਥੋਂ ਵੀ ਵੱਧ ਤਪੱਸਵੀ ਹੋਵੇ, ਉਹਦੇ ਦਰਸ਼ਨ ਕਰਨ ਵਾਸਤੇ ਫਿਰ ਉਹ ਜਾਂਦੇ, ਦੁਸ਼ਟ ਦਮਨ ਦੇ ਕੋਲੇ ਆਉਂਦੇ। ਕਹਿੰਦੇ ਦੁਸ਼ਟ ਦਮਨ ਨੇ ਤਾਂ ਤਰਲੋਕੀ ਦੇ ਵਿਸੇ ਭੋਗ ਸੱਚਮੁੱਖ ਕਾਕ ਬਿਸ਼ਟਾ ਸਮਝਾਣ ਕੇ ਤਿਆਗ ਰੱਖੇ ਸੀ ਪਿਆਰਿਓ। ਉਸ ਦਾ ਜਤ ਸੱਤ ਭੰਨਣ ਵਾਸਤੇ ਪਹਿਲਾਂ ਤਾਂ ਕਹਿੰਦੇ ਕਾਮਦੇਵ ਨੇ ਉਸ ਬਨ ਦੇ ਵਿੱਚ ਆ ਕੇ ਬਸੰਤ ਰਿਤੂ ਦਾ ਰੰਗ ਚੜਾ ਦਿੱਤਾ ਕਿ ਇਹਨੂੰ ਭਗਤੀ ਤੋਂ ਡਲਾਵਾਂ ਮੈਂ। ਕਾਮਦੇਵ ਇੱਕ ਦੇਵਤਾ ਮੰਨਿਆ ਗਿਆ ਸਨਾਤਨ ਧਰਮ ਦੇ ਵਿੱਚ, ਜਿਹਦੇ ਹੱਥ ਦੇ ਵਿੱਚ ਬੜਾ ਕੁਝ ਹੈ। ਜਦੋਂ ਉਹ ਆਪਣੀ ਆਈ ਤੇ ਆਉਂਦਾ ਨਾ, ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਡੁਲਾ ਦਿੰਦਾ। ਕਾਮਦੇਵ ਦੀ ਸ਼ਕਤੀ ਐਸੀ ਹੈ, ਵੱਡੇ ਵੱਡੇ ਰਿਸ਼ੀ ਮੁਨੀ ਡੋਲ ਜਾਂਦੇ ਹੈ। ਇੰਨੀ ਤਾਕਤ ਹੈ, ਬ੍ਰਹਮਾ ਵੀ ਆਪਣੀ ਧੀ ਤੇ ਉਹਦੇ ਰੰਗ ਰੂਪ ਤੇ ਮੋਹਿਤ ਹੋ ਗਿਆ ਸੀ ਪਿਆਰਿਓ। ਆਪਣੀ ਧੀ ਨੂੰ ਨਹੀਂ ਬਖਸ਼ਿਆ ਉਹਨੇ, ਸਿੱਧਾ ਜਾ ਕਹਿ ਲਿਆ। ਸਮਝਣ ਵਾਲੇ ਸਮਝ ਜਾਂਦੇ, ਇੰਨਾ ਕਾਮਦੇਵ ਤਾਕਤਵਰ ਹੈ। ਅੱਜ ਤੇ ਬ੍ਰਹਮੇ ਪੈਦਾ ਕਿੰਨੇ ਨੇ ਪ੍ਰਿਥਵੀ ਤੇ, ਕਿੰਨੇ ਬ੍ਰਹਮਾ ਨੇ ਜਿਹੜੇ ਆਪਣੀਆਂ ਧੀਆਂ ਦਾ ਸ਼ੋਸ਼ਣ ਕਰਦੇ। ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ ਸਾਡੀ ਜ਼ਿੰਦਗੀ ਦੇ ਵਿੱਚ। ਸੁਰੋ ਵਿਚਾਰ ਕਹਿੰਦੇ ਕਾਮਦੇਵ ਨੇ ਬੜਾ ਆਪਣਾ ਰਿਤੂ ਰੰਗ ਚੜਾਇਆ ਕਿ ਮੈਂ ਦੁਸ਼ਟ ਦਮਨ ਨੂੰ ਇਹਦੀ ਭਗਤੀ, ਇਹਦਾ ਜਤ ਸੱਤ ਭੰਗ ਕਰਾਂ। ਮੇਘ ਫੁਹਾਰੇ ਵਰਸਣ ਲੱਗੇ ਨੇ,
ਮੰਦ ਸੁਗੰਧ ਸੀਤਲ ਪਾਉਣ ਚਾਲੀ, ਭਾਵ ਐਸੀ ਸੁਗੰਧੀ, ਜਿਵੇਂ ਅੱਜ ਆਪਾਂ ਆਤਰ ਵਗੈਰਾ ਕੋਈ ਸੈਂਟ ਪਰਫਿਊਮ ਵਰਤਦੇ ਆ ਨਾ, ਹੁਣ ਪਰਫਿਊਮ ਹੈ ਅੱਜ ਬਾਜ਼ਾਰਾਂ ਦੇ ਵਿੱਚ ਵਿਕਦੇ ਆ, ਇਹ ਬਿਰਤੀ ਕਿੰਨੀ ਗੰਦੀ ਕਰਦੇ ਆ। ਜਿਨ੍ਹਾਂ ਦੀਆਂ ਬਿਰਤੀਆਂ ਦੇ ਵਿੱਚ ਗੰਦ ਭਰਿਆ ਪਿਆ ਨਾ, ਉਹ ਚੰਗੇ ਤੋਂ ਚੰਗਾ ਪਰਫਿਊਮ ਵਰਤਦਾ। ਭਾਵ ਕਿ ਇਹ ਸੁਗੰਧੀਆਂ ਨੇ, ਇਹ ਕਾਮ ਵਾਸ਼ਨਾਵਾਂ ਵੱਲ ਲੈ ਕੇ ਜਾਂਦੀਆਂ ਨੇ। ਕਹਿੰਦੇ ਕਾਮਦੇਵ ਨੇ ਨਾ ਉੱਥੇ ਹਵਾ ਐਸੀ ਸੁਗੰਧੀਆਂ ਵਾਲੀ ਚਲਾਈ ਕਿ ਦੁਸ਼ਟ ਦਮਨ ਦਾ ਜਤ ਸਤ ਭੰਗ ਹੋ ਜਾਵੇ। ਕੋਕਿਲਾਂ, ਪਪੀਹੇ, ਮੋਰ, ਚਕੋਰ ਆਦਿਕ ਪੰਛੀਆਂ ਨੇ ਕਾਮ ਚੇਸ਼ਟਾ ਤੇ ਮਨੋਹਰ ਧੁਨੀ ਕਰਕੇ ਤਪੱਸੀ ਦੇ ਮਨ ਨੂੰ ਚਲਾਏਮਾਨ ਕਰਨਾ ਚਾਹਿਆ। ਅਪਸਰਾਵਾਂ ਦੇ ਇਧਰ ਉਧਰ ਵਿਚਰਨੇ, ਅਪਸਰਾਵਾਂ ਇਧਰ ਉਧਰ ਵਿਚਰਦੀਆਂ, ਕਾਮਦੇਵ ਨੇ ਸਾਰਾ ਕੁਝ ਰਚ ਦਿੱਤਾ, ਪਰ ਧਿਆਨ ਹੀ ਨਹੀਂ ਜਾਂਦਾ ਉਧਰ ਨੂੰ। ਮੋਹਨ, ਤਾਪਣ, ਉਚਾਟਣ, ਉਨਮਾਦਨ, ਵਸੀਕਰਨ, ਇਹ ਬਾਣ ਵੀ ਕਾਮਦੇਵ ਨੇ ਚਲਾਏ। ਇਹ ਕਾਮਦੇਵ ਦੇ ਬਾਣ ਨੇ। ਮੋਹਨ ਮੋਹ ਲੈਣਾ, ਤਾਪਣ ਤਪ ਕਰਨਾ, ਉਚਾਟਣ ਉਚਾਟ ਪੈਦਾ ਕਰ ਦੇਣੀ, ਲਾਲਸਾ ਪੈਦਾ ਕਰ ਦੇਣੀ, ਉਨਮਾਦਨ ਭਾਵ ਦੋ ਸਰੀਰਾਂ ਦਾ ਮੇਲ ਹੋ ਜਾਣਾ। ਇਹ ਸਾਰੇ ਤਰੀਕੇ ਉਹਨੇ ਵਰਤ ਕੇ ਦੇਖੇ। ਵਸੀਕਰਨ ਆਦਿਕ ਦੇ ਕਾਮਦੇਵ ਨੇ ਸਾਰੇ ਆਪਣੇ ਤੀਰ ਚਲਾ ਛੱਡੇ, ਪਰ ਕੋਈ ਵੀ ਤੀਰ ਕਹਿੰਦੇ ਨਾ ਦੁਸ਼ਟ ਦਮਨ ਨੂੰ ਨਾ ਲੱਗਿਆ, ਅਡੋਲ ਬੈਠੇ ਰਹੇ। ਅਪਸਰਾਵਾਂ ਨੇ ਵੀ ਨਿਰਤ ਕਰ ਕਰਕੇ ਨੱਚ ਨੱਚ ਕੇ ਅੱਗੇ ਮਧੁਰ ਸੁਰੀਲੀ ਤੇ ਰਸੀਲੀ ਆਵਾਜ਼ ਨਾਲ ਬਥੇਰੇ ਆਪਣੇ ਨੱਚਣ ਦੇ ਜਿਹੜੇ ਨੇ ਉਹ ਕਲਾਕਿਰਤ ਕੀਤੇ, ਟੱਪੇ ਰਸਕ ਗਾਏ ਜਾਂ ਹਾਵ ਭਾਵ ਵਿਖਾਏ, ਪਰ ਦੁਸ਼ਟ ਦਮਨ ਦੇ ਉੱਤੇ ਕਿਸੇ ਦਾ ਵੀ ਅਸਰ ਨਾ ਹੋਇਆ। ਤਦ ਮਾਫੀ ਮੰਗੀ ਉਹਨਾਂ ਨੇ, ਜਦੋਂ ਥੱਕ ਹਾਰ ਗਈਆਂ ਨਾ ਅਪਸਰਾਵਾਂ ਵੀ, ਕਹਿੰਦੇ ਮਾਫੀ ਮੰਗੀ। ਤਪੱਸੀ ਨੇ ਆਖਿਆ, ਹੇ ਕਲਯੁਗ, ਜਦ ਤੂੰ ਆਪਣਾ ਧਰਮਸ਼ਾਲ ਬਲ ਨਹੀਂ ਛੱਡਿਆ ਤਾਂ ਅਸੀਂ ਆਪਣੀ ਸਮਤਾ ਬਿਰਤੀ ਧੀਰਜ ਕਿਉਂ ਛੱਡੀਏ। ਕਲਯੁਗ ਦੇ ਨਾਲ ਵਾਰਤਾ ਹੁੰਦੀ ਹੈ। ਐ ਕਲਯੁਗ, ਜਦੋਂ ਤੂੰ ਆਪਣਾ ਸੁਭਾਵ ਤੂੰ ਨਹੀਂ ਛੱਡਦਾ ਮਾੜੇ ਕਰਮ ਕਰਾਉਣ ਦਾ ਤੇ ਕਰਨ ਦਾ। ਮਹਾਰਾਜ ਦੁਸ਼ਟ ਦਮਨ ਕਹਿਣ ਲੱਗੇ, ਮੈਂ ਕਿਉਂ ਛੱਡਾਂ ਆਪਣੀ ਬਿਰਤੀ, ਮੈਂ ਤਪ ਸਾਧਨਾ ਕਿਉਂ ਛੱਡਾਂ। ਉਹਨਾਂ ਆਖਿਆ, ਵਰ ਸ਼ਰਾਪ ਦੇਣਾ ਬ੍ਰਹਮ ਗਿਆਨੀ ਦਾ ਧਰਮ ਨਹੀਂ ਹੈ। ਕਿੱਡੀ ਕਮਾਲ ਦੀ ਗੱਲ ਆਖੀ। ਵਰ ਸ਼ਰਾਪ ਦੇਣਾ ਇਹ ਬ੍ਰਹਮ ਗਿਆਨੀ ਦਾ ਧਰਮ ਨਹੀਂ ਹੈ। ਬ੍ਰਹਮ ਗਿਆਨੀ ਹੈ ਨਾ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਮਹਾਰਾਜ ਕਲਗੀਧਰ ਪਿਤਾ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਬਚਨ ਕਰਦੇ ਆ ਕਲਯੁਗ ਨਾਲ। ਕਹਿੰਦੇ ਐ ਕਲਯੁਗ, ਵਰ ਜਾਂ ਸ਼ਰਾਪ ਦੇਣਾ ਬ੍ਰਹਮ ਗਿਆਨੀ ਦਾ ਧਰਮ ਨਹੀਂ ਹੈ। ਜਿਹੜਾ ਬ੍ਰਹਮ ਗਿਆਨੀ ਹੋਏਗਾ ਨਾ ਅੰਦਰੋਂ ਸੱਚਮੁੱਚ, ਉਹ ਨਾ ਕਿਸੇ ਨੂੰ ਵਰ ਦੇਗਾ ਨਾ ਸ਼ਰਾਪ ਦੇਗਾ, ਉਹ ਤੇ ਸਭ ਦਾ ਭਲਾ ਮੰਗੇਗਾ। ਬਾਬੇ ਨਾਨਕ ਨੇ ਸਾਨੂੰ ਬ੍ਰਹਮ ਗਿਆਨੀ ਨਹੀਂ ਬਣਾਇਆ। ਅਸੀਂ ਇਤਿਹਾਸ ਰੋਜ਼ ਸੰਖੇਪ ਰੂਪ ਦੇ ਵਿੱਚ ਸਮਾਗਮਾਂ ਸਮੇਂ ਰੋਜ਼ ਪੜ੍ਹਦੇ ਹਾਂ, 2-2 ਵਾਰੀ 3-3 ਵਾਰੀ ਪੜ੍ਹਦੇ ਹਾਂ ਨਾ ਇਤਿਹਾਸ। ਅਰਦਾਸ ਨੇ ਜਿਹੜੀ ਇਹ ਸਾਡਾ ਇਤਿਹਾਸ ਹੈ। ਪਹਿਲੇ ਸਾਰੇ ਟੱਪੇ, ਸਾਰੇ ਪਹਿਰੇ ਇਤਿਹਾਸ ਹੈ। ਫਿਰ ਬਾਅਦ ਦੇ ਵਿੱਚ ਆਪਾਂ ਐਂਡ ਤੇ ਆ ਕੇ ਕੀ ਕਹਿਣੇ ਆ, ਬਾਬੇ ਨਾਨਕ ਨੇ ਕੀ ਸਾਨੂੰ ਬ੍ਰਹਮ ਗਿਆਨ ਦਿੱਤਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਤੇ ਸਰਬੱਤ ਦਾ ਵੀ ਭਲਾ ਮੰਗਦਾ, ਭਾਵ ਸਰਬੱਤ ਦੇ ਵਿੱਚ ਸਾਰੇ ਆ ਜਾਂਦੇ ਆ, ਆਪਣੇ ਪਰਾਏ ਸਾਰੇ ਆ ਜਾਂਦੇ ਆ। ਬ੍ਰਹਮ ਗਿਆਨੀ ਦੀ ਵੀ ਦ੍ਰਿਸ਼ਟੀ ਇਹੋ ਜਿਹੀ ਹੁੰਦੀ ਹੈ। ਦੁਸ਼ਟ ਦਮਨ ਕਹਿਣ ਲੱਗੇ, ਇਹ ਬ੍ਰਹਮ ਗਿਆਨੀ ਦਾ ਧਰਮ ਨਹੀਂ ਹੈ। ਇਹ ਬਚਨ ਸੁਣ ਕੇ ਨਾ ਕਲਯੁਗ ਤੇ ਦੇਵਤਾ ਸਭ ਅਤਿਅੰਤ ਪ੍ਰਸੰਨ ਹੋਏ, ਖੁਸ਼ ਹੋਏ। ਇਸੇ ਗੱਲੋਂ ਕਲਯੁਗ ਨੇ ਖੁਸ਼ੀ ਹੋ ਕੇ ਉਸ ਜੰਗਲ ਦੇ ਵਿੱਚ ਸਰਬ ਪ੍ਰਕਾਰ ਦੇ ਮੇਵੇ, ਫਲ, ਫੁੱਲ, ਕੰਦ ਮੂਲ ਅਜਿਹੇ ਸਵਾਦਿਕ ਪ੍ਰਗਟ ਕਰ ਦਿੱਤੇ ਕਿ ਜਿਨ੍ਹਾਂ ਤੋਂ 12 ਮਹੀਨੇ ਰਿਖੀਆਂ ਨੂੰ ਮੌਜ ਲੱਗੀ ਰਹੇ। ਦੁਸ਼ਟ ਦਮਨ ਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਜਿਹੀ ਲੱਗੀ
ਜੋ ਦੂਜਾ ਭਾਵ ਉੱਕਾ ਹੀ ਉੱਡ ਗਿਆ। ਹੋਰ ਭਾਵ ਉਹਨਾਂ ਦੇ ਮਨ ਦੇ ਵਿੱਚੋਂ ਖਿਆਲ ਹੀ ਨਿਕਲ ਗਿਆ। ਅਰਥਾਤ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਆਦਿਕ ਤ੍ਰਿਕੁਟੀ ਦਾ ਖੋਜ ਵੀ ਨਾ ਰਿਹਾ। ਐਸੀ ਬਿਰਤੀ ਲੱਗੀ। ਆਪ ਲਿਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਆਤਮ ਕਥਾ ਦੇ ਵਿੱਚ, ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹਵੈ ਗਇਓ। ਕਲਗੀਧਰ ਪਿਤਾ ਬਚਿੱਤਰ ਨਾਟਕ ਦੇ ਵਿੱਚ ਆਪਣੀ ਜੀਵਨ ਬਾਰੇ ਲਿਖਦੇ ਆ, ਕਹਿੰਦੇ ਅਸੀਂ ਭਾਈ ਇੰਨੀ ਤਪੱਸਿਆ ਕੀਤੀ, ਇੰਨੀ ਤਪੱਸਿਆ ਕੀਤੀ, ਕਹਿੰਦੇ ਦੋ ਤੋਂ ਇੱਕ ਰੂਪ ਹੋ ਗਏ। ਦਵੈ ਤੋਂ ਏਕ ਰੂਪ ਹਵੈ ਗਇਓ। ਦਵੈ ਭਾਵ ਦੋ, ਹੁਣ ਆਪਾਂ ਵੀ ਦੋ ਰੂਪ ਹੈ ਨਾ, ਇੱਕ ਪਰਮਾਤਮਾ ਜਿਹੜਾ ਕਣ-ਕਣ ਦੇ ਵਿੱਚ ਵਸਿਆ ਹੋਇਆ, ਇੱਕ ਆਪਣਾ ਸਰੀਰ, ਆਪਾਂ ਦੋ ਹੋ ਗਏ ਨਾ। ਆਪਾਂ ਇਹ ਦੋ ਸਮਝ ਰਹੇ ਹਾਂ ਪਰ ਇਹ ਹੈ ਇੱਕੋ ਹੀ ਹੈ। ਸਾਨੂੰ ਸਮਝ ਨਹੀਂ ਪੈ ਰਿਹਾ, ਹੈ ਤਾਂ ਇੱਕੋ ਹੀ ਹੈ, ਕਿਉਂਕਿ ਉਹ ਜਿਹੜਾ ਸਾਰੀ ਪ੍ਰਿਥਵੀ ਦੇ ਕਣ-ਕਣ ਦੇ ਵਿੱਚ ਵਸਿਆ ਸਾਡੇ ਅੰਦਰ ਵੀ ਹੈ। ਫਿਰ ਇੱਕ ਹੋਇਆ ਨਾ, ਉਹਨੂੰ ਪਹਿਚਾਨਣਾ ਹੈ। ਅਸੀਂ ਸਿਮਰਨ ਕਰਨ ਤੋਂ ਭਾਵ ਹੁੰਦਾ ਹੈ ਉਹਨੂੰ ਪਹਿਚਾਨਣਾ, ਆਪਣੇ ਦੋ ਰੂਪਾਂ ਨੂੰ ਇੱਕ ਰੂਪ ਕਰ ਦੇਣਾ। ਜਿਹੜੀ ਉਹ ਦਵੈਤ ਭਾਵਨਾ ਦੀ ਕੰਧ ਹੈ ਨਾ ਕਿ ਅਸੀਂ ਦੋ ਹੈ, ਉਹ ਇੱਕ ਕਰਨੇ ਨੇ। ਆਹੀ ਤੇ ਜੀਵਨ ਦਾ ਮਕਸਦ ਹੈ। ਹੋਰਾਂ ਕੋਠੀਆਂ ਪਾਉਣ ਥੋੜੂ ਆਏ ਆ ਇੱਥੇ ਪਿਆਰੇ। ਆ ਜ਼ਮੀਨਾਂ ਇੱਥੇ ਪਤਾ ਨਹੀਂ ਕਿੰਨੇ ਕਾ ਕੇ ਇੱਥੇ ਇਦੋਂ ਵੱਡੇ ਵੱਡੇ ਮਹਿਲ ਪਾ ਕੇ ਇੱਥੇ ਜ਼ਿੰਦਗੀਆਂ ਗੁਜ਼ਾਰ ਗਏ, ਚਲੇ ਗਏ। ਅਸਾਂ ਵੀ ਚਲੇ ਜਾਣਾ। ਨਿਰਾਪੁਰਾ ਆਹੀ ਕਰਨ ਨਹੀਂ ਆਏ, ਬੱਚੇ ਜੰਮਣ ਨਹੀਂ ਆਏ, ਕੋਠੀਆਂ ਪਾਉਣ ਜ਼ਮੀਨਾਂ ਜੋੜਨ ਨਹੀਂ ਆਏ, ਪੈਸਾ ਜੋੜਨ ਥੋੜੂ ਆਏ ਆ ਅਸੀਂ। ਸਾਡੇ ਜੀਵਨ ਦਾ ਮਕਸਦ ਹੈ ਆਤਮਾ ਤੇ ਪਰਮਾਤਮਾ ਨੂੰ ਇੱਕ ਕਰਨਾ। ਆ ਜੀਵਨ ਦੇ ਵਿੱਚ ਜਿੰਨੇ ਪਦਾਰਥ ਅਸੀਂ ਵਹਿੰਦੇ ਆ, ਭੋਗਦੇ ਆ, ਇਹ ਤਾਂ ਇੱਕ ਜੀਵਨ ਦਾ ਨਿਰਵਾਹ ਕਰਨ ਵਾਸਤੇ ਆ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆ। ਮਨ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਇਹਦੇ ਨਾਲ। ਜਿਨ੍ਹਾਂ ਪਦਾਰਥਾਂ ਨਾਲ ਮਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸਾਡੇ ਬਜ਼ੁਰਗਾਂ ਨਾਲੋਂ ਕਿਤੇ 100 ਗੁਣਾ ਵੱਧ ਹੈ। ਸਾਡੇ ਕੋਲੇ ਹੋ ਗਈਆਂ ਸਾਡੀਆਂ ਮਨ ਦੀਆਂ ਲੋੜਾਂ ਪੂਰੀਆਂ। ਮਨ ਹੋ ਗਿਆ ਸਾਡਾ ਸ਼ਾਂਤ। ਸਾਡੇ ਬਜ਼ੁਰਗ ਜੋ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਪੁੱਤ ਪੋਤਿਆਂ ਕੋਲੇ ਆਹ ਹੋਏਗਾ, ਸਾਡੇ ਕੋਲੇ ਹੈ। ਸੱਪੜਾਂ ਦੇ ਪਾਣੀ ਪੁਣ ਪੁਣ ਕੇ ਪੀਤੇ ਨੇ ਸਾਡੇ ਬਜ਼ੁਰਗਾਂ ਨੇ ਪਿਆਰਿਓ, ਗੰਦੇ ਪਾਣੀ। ਕਈਆਂ ਮਹੀਨਿਆਂ ਦੇ ਖੜੇ, ਸਾਲਾਂ ਦੇ ਖੜੇ ਪਾਣੀ ਪੀਂਦੇ ਰਹੇ ਸਾਡੇ ਬਜ਼ੁਰਗ। ਆਪ ਨਰਮਾ ਬੀਜ ਕੇ, ਕਪਾਹਾਂ ਬੀਜ ਕੇ, ਖੱਦਰ ਆਪਣੇ ਹੱਥੀਂ ਬੁਣ ਕੇ ਪਾਉਂਦੇ ਰਹੇ ਸਾਡੇ ਬਜ਼ੁਰਗ। ਟਾਕੀਆਂ ਵਾਲੇ ਇੱਕ ਇੱਕ ਝੋਗੇ ਦੇ ਨਾਲ 10-10 ਸਾਲ ਕੱਢ ਲੈਂਦੇ ਸੀ ਸਾਡੇ ਬਜ਼ੁਰਗ। ਅੱਜ ਅਸੀਂ ਮਹੀਨੇ ਬਾਅਦ, ਮਹੀਨਾ ਤੇ ਦੂਰ ਹੈ, ਕਈ ਤੇ 10-20 ਦਿਨਾਂ ਬਾਅਦ ਸੂਟ ਨਵਾਂ ਮਾਰਦੇ ਆ। ਬਾਬੇ ਦੀ ਚਾਨਣੀ ਭਾਵੇਂ 2 ਸਾਲਾਂ ਬਾਅਦ ਲਿਆਉਣੀ ਪਵੇ, ਫਿਰ ਵੀ ਅਸੀਂ ਪਿਆਰੇ ਕਰਦੇ ਆ ਨਾ। ਸੁਰੋ ਵਿਚਾਰ ਕਹਿੰਦੇ ਇਦਾਂ ਦਾ ਉਹ ਇਹਨਾਂ ਚੀਜ਼ਾਂ ਨਾਲ ਨਹੀਂ ਸਾਨੂੰ ਆਤਮਾ ਨੂੰ ਸ਼ਾਂਤੀ ਹੋਣੀ, ਪਰਮਾਤਮਾ ਨਾਲ ਮਿਲੇਗੀ ਜਦੋਂ ਆਤਮਾ। ਸਾਡੇ ਜੀਵਨ ਦਾ ਮਕਸਦ ਹੀ ਆਤਮਾ ਤੇ ਪਰਮਾਤਮਾ ਨੂੰ ਇੱਕ ਕਰਨਾ ਹੈ। ਮਹਾਰਾਜ ਜੀ ਕਿੰਨਾ ਸੋਹਣਾ ਬਚਨ ਕਰਦੇ, ਕਹਿੰਦੇ ਦਵੈ ਤੇ ਏਕ ਰੂਪ ਹਵੈ ਗਇਓ। ਦੋ ਤੋਂ ਇੱਕ ਰੂਪ ਹੋ ਗਏ। ਕਹਿੰਦੇ ਅਸੀਂ ਦੋ ਸੀ ਨਾ, ਆਤਮਾ ਸਰੀਰ ਦੇ ਵਿੱਚ ਰਹਿੰਦੀ ਹੈ, ਵੱਖ ਹੈ ਪਰਮਾਤਮਾ ਨਾਲੋਂ। ਇੱਕ ਕਦੋਂ ਹੁੰਦੀ ਹੈ? ਜਦੋਂ ਸਰੀਰ ਦੇ ਵਿੱਚ ਰਹਿ ਕੇ ਤਪ ਸਾਧਨਾਵਾਂ ਕਰਦੀ ਹੈ, ਭਾਵ ਸਿਮਰਨ ਕਰਦੀ ਹੈ ਆਤਮਾ, ਤਾਂ ਫਿਰ ਆਤਮਾ ਨੂੰ ਦੁਬਾਰਾ ਸਰੀਰ ਦੇ ਵਿੱਚ ਆਉਣ ਦੀ ਲੋੜ ਨਹੀਂ ਰਹਿ ਜਾਂਦੀ। ਇਹ ਆਤਮਾ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਜਿਵੇਂ ਸਮੁੰਦਰ ਵਿੱਚ ਲੂਣ ਦਾ ਡਲਾ ਪ੍ਰਵੇਸ਼ ਹੋ ਕੇ ਸਮੁੰਦਰ ਦਾ ਰੂਪ ਹੋ ਜਾਂਦਾ ਹੈ, ਤੇ ਆਕਾਸ਼ ਵਿੱਚ ਧੂਆਂ ਜਾ ਕੇ ਆਕਾਸ਼ ਦਾ ਰੂਪ ਹੋ ਜਾਂਦਾ ਹੈ। ਆਕਾਸ਼ ਵਿੱਚ ਕਿੰਨਾ ਧੂਆਂ ਚੜ੍ਹਦਾ, ਤੁਸੀਂ ਕਿੰਨੀਆਂ ਫਸਲਾਂ ਜਦੋਂ ਕੱਟਦੇ ਹੋ, ਜਾਂ ਫੈਕਟਰੀਆਂ ਦਾ ਧੂਆਂ, ਸਾਡੇ ਘਰਾਂ ਦੇ ਚੁੱਲ੍ਹਿਆਂ ਦਾ ਧੂਆਂ ਕਿੰਨਾ ਆਕਾਸ਼ ਦੇ ਵਿੱਚ ਜਾਂਦਾ ਹੈ। ਉਹ ਕੇਰਾਂ ਤੇ ਦਿਖਾਈ ਜੀ ਦਿੰਦਾ, ਜਦੋਂ ਹਵਾ ਜਾਂਦੀ ਹੈ ਨਾ ਆਕਾਸ਼ ਦੇ ਵਿੱਚ ਹੀ ਰਲ ਜਾਂਦਾ ਹੈ, ਕੋਲ ਮਿਲ ਜਾਂਦਾ ਨਾ, ਸਾਨੂੰ ਫਿਰ ਪਛਾਣ ਨਹੀਂ ਰਹਿੰਦੀ ਹੈ। ਤਿਉਂ ਅਕਾਲ ਪੁਰਖ ਦਾ ਅਨੰਨ ਉਪਾਸਕ ਦੁਸ਼ਟ ਦਮਨ ਅਕਾਲ ਪੁਰਖ ਦਾ ਹੀ ਰੂਪ ਹੋ ਗਿਆ। ਅਸੀਂ ਵੀ ਹੋ ਸਕਦੇ ਹਾਂ ਪਿਆਰਿਓ। ਸਾਨੂੰ ਵੀ ਬਾਬੇ ਦੀ ਬਾਣੀ ਇਹੀ ਸਿਖਾਉਂਦੀ ਹੈ ਕਿ ਨਾਮ ਜਪ ਕੇ, ਬਾਣੀ ਨੂੰ ਪੜ੍ਹ ਕੇ
ਨਾਮੀ ਬਣ ਕੇ ਤੂੰ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਸਕਦਾ ਹੈ। ਇਹੀ ਤੇ ਜੀਵਨ ਹੈ ਸਾਡਾ। ਸਾਡੇ ਜੀਵਨ ਦਾ ਮਕਸਦ ਹੀ ਇਹ ਹੈ ਨਾ। ਜਿਉਂ ਕਹਿੰਦੇ ਪਾਤਸ਼ਾਹ ਆਪਣੇ ਪ੍ਰਧਾਨ ਮੰਤਰੀ ਨੂੰ ਆਪਣੇ ਜਿਹੀ ਤਾਕਤ ਬਖਸ਼ ਕੇ, ਜਿਵੇਂ ਪਾਤਸ਼ਾਹ ਹੁੰਦਾ ਇੱਕ, ਤੇ ਉਹ ਆਪਣੇ ਥੱਲੇ ਤੋਂ ਨੀਚੇ ਵਾਲੇ ਨੂੰ, ਪ੍ਰਧਾਨ ਮੰਤਰੀ ਨੂੰ ਆਪਣੀ ਜਿਹੀ ਤਾਕਤ ਬਖਸ਼ ਕੇ ਮੁਹਿੰਮ ਸ਼ੁਰੂ ਕਰਨ ਭੇਜ ਦਿੰਦਾ ਹੈ ਨਾ, ਤਿਉਂ ਅਕਾਲ ਪੁਰਖ ਨੇ ਆਪਣੇ ਨਾਲ ਅਭੇਦ ਵਰਤੀ ਦੁਸ਼ਟ ਦਮਨ ਨੂੰ ਆਪਣੀ ਸੰਪੂਰਨ ਸ਼ਕਤੀ ਅਤੇ ਪੁੱਤਰ ਦੀ ਪਦਵੀ ਦੇ ਕੇ ਦੁਸ਼ਟਾਂ ਨੂੰ ਦੰਡ ਦੇਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਜਗਤ ਦੇ ਵਿੱਚ ਭੇਜ ਦਿੱਤਾ। ਤਾਂ ਹੀ ਉਹਨਾਂ ਨੇ ਪ੍ਰਿਥਵੀ ਮੰਡਲ ਵਿੱਚ ਅਜਿਹੇ ਧਰਮ ਦਾ ਪ੍ਰਚਾਰ ਕੀਤਾ ਤੇ ਖਾਲਸਾ ਪੰਥ ਰਚਿਆ ਪਿਆਰਿਓ, ਜਿਸ ਤੋਂ ਹਿੰਦੂ ਧਰਮ ਦਾ ਬੇੜਾ ਜੋ ਤੁਰਕਾਂ ਦੇ ਜ਼ੁਲਮ ਰੂਪੀ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ ਸੀ ਨਾ, ਬਿਨਾਂ ਖੜਕੇ ਦੇ ਸ੍ਰੀ ਸਾਹਿਬ ਤਲਵਾਰ ਦੀ ਜ਼ੋਰ ਨਾਲ ਕਿਨਾਰੇ ਲਾ ਦਿਖਾਇਆ। ਆ ਹਿੰਦੂਆਂ ਦਾ ਬੇੜਾ ਤਾਂ ਹੀ ਕਿਨਾਰੇ ਲੱਗਿਆ ਪਿਆਰਿਓ, ਜੇ ਕਲਗੀਧਰ ਦੀ ਸ਼ਮਸ਼ੀਰ ਖੜਕੀ, ਕਲਗੀਧਰ ਦੀ ਸ਼ਮਸ਼ੀਰ ਚੱਲੀ। ਅਗਰ ਨਾ ਹੋਤੇ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ, ਕਵੀ ਲਿਖਦਾ ਹੈ। ਦੇਵੀ ਦੇਵਤੇ ਸਾਰੇ ਇੱਥੋਂ ਆ ਜਿਹੜੇ ਦੇਰੇ ਸੀ, ਇਹਨਾਂ ਦੇ ਮੰਦਰ ਸੀ, ਇਹਨਾਂ ਦੇ ਵਿੱਚ ਟੱਲ ਖੜਕਦੇ ਨਾ, ਇੱਥੇ ਅਲੀ ਅਲੀ ਦੀਆਂ ਆਵਾਜ਼ਾਂ ਹੋਣੀਆਂ ਸੀ, ਅਗਰ ਨਾ ਗੁਰੂ ਗੋਬਿੰਦ ਸਿੰਘ ਹੋਤੇ। ਜੇ ਕਲਗੀਧਰ ਆ ਕੇ ਸ਼ਮਸ਼ੀਰ ਨਾ ਖੜਕਾਉਂਦਾ ਪਿਆਰਿਓ, ਇਹਨਾਂ ਦਾ ਬੇੜਾ ਕਿਤੇ ਪਾਰ ਲੱਗਣਾ ਸੀ। ਅੱਜ ਬੇੜਾ ਪਾਰ ਲੱਗ ਗਿਆ। ਅੱਜ ਕਿਨਾਰੇ ਤੇ ਉਤਰ ਕੇ ਕਲਗੀਧਰ ਦੇ ਕੁਲ ਨੂੰ ਖਤਮ ਕਰਨ ਨੂੰ ਫਿਰਦੇ ਆ ਪਿਆਰਿਓ, ਸੱਚ ਜਾਣਿਓ। ਜਿਨ੍ਹਾਂ ਦੇ ਵਡੇਰਿਆਂ ਨੇ ਇਹਨਾਂ ਦਾ ਬੇੜਾ ਪਾਰ ਕੀਤਾ, ਉਹਨਾਂ ਦੀ ਕੁਲ ਨੂੰ ਹੀ ਖਤਮ ਕਰਨਾ ਚਾਹੁੰਦੇ ਆ ਕਿ ਸਿੱਖ ਹੋਣ ਹੀ ਨਾ ਇੱਥੇ, ਕੋਈ ਹੋਣ ਹਿੰਦੂ ਸਾਰੇ। ਇਹ ਸਰਬ ਸਾਂਝਾ ਦੇਸ਼ ਹੈ ਪਿਆਰਿਓ ਸਾਡਾ। ਇਹ ਸੰਸਾਰ ਦੇ ਵਿੱਚ ਕਿੰਨੇ ਭਿੰਨ ਭਿੰਨ ਜੀਵ ਜੰਤੂ ਨੇ, ਸਾਰੇ ਇਕੱਠੇ ਰਹਿ ਰਹੇ ਆ ਨਾ। ਇਸੇ ਤਰ੍ਹਾਂ ਆ ਸਾਡਾ ਭਾਰਤ ਦੇਸ਼ ਹੈ, ਇਹਦੇ ਵਿੱਚ ਭਿੰਨ ਭਿੰਨ ਦੇ ਲੋਕ ਰਹਿੰਦੇ ਆ, ਭਿੰਨ ਭਿੰਨ ਦੇ ਧਰਮਾਂ ਦੇ, ਭਿੰਨ ਭਿੰਨ ਜਾਤਾਂ ਪਾਤਾਂ ਦੇ ਲੋਕ। ਸਰੋ ਵਿਚਾਰ ਕਹਿੰਦੇ ਉਹਨਾਂ ਦਾ ਬੇੜਾ ਪਾਰ ਕੀਤਾ। ਆਪਣੀ ਇਹ ਸਾਰੀ ਕਥਾ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਵਿਚਿੱਤਰ ਨਾਟਕ ਪੋਥੀ ਦੇ ਵਿੱਚ ਲਿਖਦੇ ਆ। 6ਵੇਂ ਅਧਿਆਇ ਦੇ ਵਿੱਚ ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਲਿਖਿਆ। ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬੁੱਧ ਮੋਹਾਨੋ। ਕਲਗੀਧਰ ਜੀ ਕਹਿੰਦੇ ਭਾਈ ਹੁਣ ਮੈਂ ਤੁਹਾਨੂੰ ਆਪਣੀ ਕਥਾ ਦੱਸਦਾ ਵਿਚਿੱਤਰ ਨਾਟਕ ਦੇ ਵਿੱਚ। ਤਪ ਸਾਧਤ ਜਿਹੇ ਬਿੱਧ ਮੋਹਿਆਨੋ, ਜਿੱਥੇ ਮੈਂ ਤਪ ਸਾਧਨਾ ਕੀਤੀ ਉਹ ਕਿਹੜੀ ਧਰਤੀ? ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਜਿੱਥੇ ਹੇਮਕੁੰਡ ਦਾ ਪਰਬਤ ਹੈ। ਹੇਮ ਕਹਿੰਦੇ ਨੇ ਬਰਫ਼ ਨੂੰ ਪਿਆਰਿਓ, ਕੁੰਟ ਕਹਿੰਦੇ ਨੇ ਕੁੰਡ ਨੂੰ, ਵੱਡਾ ਸਰੋਵਰ, ਵੱਡਾ ਕੁੰਡ। ਫਾਰਸੀ ਦੇ ਵਿੱਚ ਹੇਮ ਕਹਿੰਦੇ ਨੇ ਬਰਫ਼ ਨੂੰ, ਹੇਮਕੁੰਟ। ਪਰਬਤ ਕਹਿੰਦੇ ਨੇ ਵੱਡਾ ਪਰਬਤ, ਵੱਡਾ ਪਹਾੜ। ਸਪਤ ਸ੍ਰਿੰਗ, ਸ੍ਰਿੰਗ ਕਹਿੰਦੇ ਨੇ ਚੋਟੀਆਂ ਨੂੰ, ਸਪਤ ਕਹਿੰਦੇ ਨੇ 7 ਚੋਟੀਆਂ ਨੇ ਉੱਥੇ। ਸਪਤ ਸ੍ਰਿੰਗ ਸੋਭਤ ਹੈ ਤਹਾਂ, ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਵੇਖੀਆਂ ਹੋਣੀਆਂ 7 ਚੋਟੀਆਂ। ਕਈ ਵਾਰੀ ਨਾ ਉਹ ਐਸਾ ਮੌਸਮ ਬਣਿਆ ਹੁੰਦਾ ਹੈ, ਦਿਖਦੀ ਹੀ ਨਹੀਂ ਕਿਸੇ ਨੂੰ, ਕਿਉਂਕਿ ਮੌਸਮ ਬੜਾ ਖਰਾਬ ਰਹਿੰਦਾ ਨਾ। ਦੂਰ ਦੂਰ ਨੇ, ਬੜੀ ਦੂਰ ਦੂਰ ਨੇ 7 ਚੋਟੀਆਂ, ਕਿਸੇ ਕਿਸੇ ਨੂੰ ਦੀਂਦੀਆਂ ਪਿਆਰਿਓ। ਕਹਿੰਦੇ 7 ਚੋਟੀਆਂ ਨੇ ਜਿੱਥੇ ਬੜੀਆਂ ਸੋਭਤ ਨੇ, ਸੋਭਨੀਕ ਨੇ। ਕੁਦਰਤ ਦਾ ਇੱਕ ਅਜਬ ਨਜ਼ਾਰਾ ਹੈ ਉੱਥੇ ਪਿਆਰਿਓ। ਜਦੋਂ ਜਾਓਗੇ ਨਾ ਤੁਸੀਂ ਮਹਿਸੂਸ ਕਰਕੇ ਵੇਖਿਓ। ਮਹਾਰਾਜ ਕਹਿੰਦੇ ਸਪਤ ਸ੍ਰਿੰਗ ਤਹਿ ਨਾਮ ਕਹਾਵਾ। ਉਹ ਸਪਤ ਸ੍ਰਿੰਗ 7 ਚੋਟੀਆਂ ਦੇ ਨਾਂ ਤੇ ਮਸ਼ਹੂਰ ਹੈ ਉਹ ਜਗ੍ਹਾ। ਮਹਾਰਾਜ ਜੀ ਕਹਿੰਦੇ
ਪੰਡ ਰਾਜ ਜੈ ਜੋਗ ਕਮਾਵਾ। ਮਹਾਰਾਜ ਕਹਿੰਦੇ ਸਾਡੇ ਜਾਣ ਤੋਂ ਪਹਿਲਾਂ ਪੰਡ ਰਾਜਿਆਂ ਨੇ, ਜਿਹੜੇ ਪੰਡ ਰਾਜੇ ਹੋਏ, ਪੰਡੂ ਰਾਜੇ ਹੋਏ ਨੇ ਇੱਕ ਪਿਆਰਿਓ, ਬੜੇ ਵੱਡੇ ਇਤਿਹਾਸ ਨੇ ਸਾਡੇ ਦੇਸ਼ ਦੇ। ਪਾਂਡੂ ਰਾਜਿਆਂ ਦੇ ਵਿੱਚੋਂ ਉਹਨਾਂ ਦੇ ਵਡੇਰਿਆਂ ਨੇ ਉੱਥੇ ਤਪੱਸਿਆ ਕੀਤੀ। ਪੰਡ ਰਾਜਿਆਂ ਨੇ ਤਹਿ ਹਮ ਆਦਿਕ ਤਪੱਸਿਆ ਸਾਧੀ। ਤਹਿ ਦਾ ਭਾਵ ਉੱਥੇ ਹਮ ਅਸੀਂ, ਆਦਿਕ ਬਹੁਤ ਕਠਿਨ ਤਪੱਸਿਆ ਸਾਧੀ। ਮਹਾਰਾਜ ਕਹਿੰਦੇ ਮਹਾਕਾਲ ਕਾਲ ਕਾ ਅਰਾਧੀ। ਮਹਾਕਾਲ ਅਕਾਲ ਪੁਰਖ ਵਾਹਿਗੁਰੂ ਦੀ ਕਾਲਕਾ ਸ਼ਕਤੀ ਨੂੰ ਅਰਾਧਿਆ। ਕਾਲਕਾ ਦੇਵੀ ਜਿਹੜੀ ਆ ਦੇਵੀ ਕਹਿੰਦੇ ਹੋ ਨਾ ਤੁਸੀਂ, ਚਲੋ ਸਨਾਤਨ ਧਰਮ ਦੇ ਵਿੱਚੋਂ ਕੋਈ ਹੋਏਗੀ ਕਾਲਕਾ ਦੇਵੀ, ਉਹ ਸਤਿਕਾਰਯੋਗ ਹੈ ਉਹਨਾਂ ਵਾਸਤੇ, ਉਹਦੀ ਆਰਾਧਨਾ ਨਹੀਂ ਕੀਤੀ। ਕਈ ਕਹਿੰਦੇ ਦੇਵੀ ਦੀ ਆਰਾਧਨਾ ਕੀਤੀ, ਨਹੀਂ। ਮਹਾਕਾਲ ਕਹਿੰਦੇ ਨੇ ਪਰਮੇਸ਼ਰ ਨੂੰ। ਉਸ ਮਹਾਕਾਲ ਪਰਮੇਸ਼ਰ ਦੀ ਸ਼ਕਤੀ। ਹੁਣ ਜਦੋਂ ਮਹਾਕਾਲ ਦੇ ਅੱਖਰੀ ਅਰਥ ਕਰਾਂਗੇ, ਸਨਾਤਨ ਧਰਮ ਦੇ ਵਿੱਚ ਮਹਾਕਾਲ ਸ਼ਿਵ ਜੀ ਨੂੰ ਵੀ ਕਹਿੰਦੇ ਨੇ ਪਿਆਰਿਓ। ਸਨਾਤਨ ਧਰਮ ਦੇ ਲੋਕ ਸ਼ਿਵ ਜੀ ਨੂੰ ਮਹਾਕਾਲ ਵੀ ਕਹਿੰਦੇ ਨੇ। ਕਈ ਤਾਂ ਹੀ ਤਾਂ ਕਹਿੰਦੇ ਆ ਕਿ ਦੇਖੋ ਜੀ, ਆਹ ਦੇਖੋ ਤੁਹਾਡੇ ਬਾਣੀ ਦੇ ਵਿੱਚ ਲਿਖਿਆ ਕਿ ਸ਼ਿਵ ਜੀ ਦੀ ਆਰਾਧਨਾ ਕੀਤੀ ਜਾਂ ਕਾਲਕਾ ਦੀ ਆਰਾਧਨਾ ਕੀਤੀ। ਨਾ ਉਹ ਭਾਈ, ਇਹਨਾਂ ਦੇ ਜੇ ਭਾਵ ਅਰਥ ਸਮਝੋਗੇ ਨੇ ਉਹ ਕੁਝ ਹੋਰ ਨੇ, ਅੱਖਰੀ ਅਰਥ ਕੁਝ ਹੋਰ ਹੁੰਦੇ ਆ, ਭਾਵ ਅਰਥ ਹੋਰ ਹੁੰਦੇ ਆ। ਮਹਾਰਾਜ ਕਹਿੰਦੇ ਮਹਾਕਾਲ ਭਾਵ ਜਿਹੜਾ ਮਹਾਕਾਲ ਹੈ, ਸਾਰਿਆਂ ਦੇ ਉੱਪਰ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹਦੀ ਕਾਲਕਾ ਸ਼ਕਤੀ ਨੂੰ ਆਰਾਧਨਾ ਕੀਤਾ ਸੀ, ਭਾਵ ਉਹਦੇ ਨਾਮ ਨੂੰ ਜਪਣਾ ਕੀਤਾ। ਇਹ ਵਿਦ ਕਰਤ ਤਪੱਸਿਆ ਭਇਓ। ਮਹਾਰਾਜ ਕਹਿੰਦੇ ਇਉਂ ਤਪੱਸਿਆ ਕਰਦਿਆਂ ਨੂੰ ਨਾ ਇੱਕ ਵਿਧੀ ਬਣੀ। ਇਹ ਵਿਦ ਕਰਤ ਤਪੱਸਿਆ ਭਇਓ, ਇਹ ਵਿਧੀ ਬਣੀ। ਦਵੈ ਤੇ ਏਕ ਰੂਪ ਹਵੈ ਗਇਓ। ਅਸੀਂ ਦੋ ਤੋਂ ਇੱਕ ਰੂਪ ਹੋ ਗਏ। ਸਾਨੂੰ ਵੀ ਦੱਸਦੇ ਆ, ਕਹਿੰਦੇ ਜਦੋਂ ਬੰਦਿਆ ਤੂੰ ਨਾਮ ਜਪੇਗਾ, ਤੇਰਾ ਕਰਮ ਹੈ ਨਾਮ ਜਪਣਾ, ਤੈਨੂੰ ਆਪਣੇ ਨਾਲ ਮਨਾਉਣਾ ਉਹਦਾ ਕਰਮ ਹੈ, ਤੂੰ ਮਿਹਨਤ ਕਰੀ ਚੱਲ। ਹੁਣ ਅੱਜ ਨਾਮ ਜਪ, ਅਸੀਂ ਤੇ ਕਹਿੰਦੇ ਅੱਜ ਨਾਮ ਜਪ ਲਿਆ, ਅੱਜ ਹੀ ਉਹਦੇ ਵਿੱਚ ਮਿਲ ਜੀ, ਐ ਥੋੜ੍ਹਾ ਹੁੰਦਾ। ਅੱਜ ਕਣਕ ਬੀਜੀ ਹੈ, ਕੱਲ ਨੂੰ ਫਲ ਥੋੜੂ ਮਿਲੇਗਾ, 6 ਮਹੀਨੇ ਵੇਟ ਕਰਨਾ ਪਏਗਾ ਨਾ। ਤੁਸੀਂ ਕਣਕ ਬੀਜਦੇ ਹੋ, ਕੋਈ ਵੀ ਫਸਲ ਬੀਜਦੇ ਹੋ, 3 ਮਹੀਨੇ 6 ਮਹੀਨੇ ਸਾਲ ਅਲੱਗ-ਅਲੱਗ ਕਿਸਮਾਂ ਨੇਗੀਆਂ, ਉਹਦੀ ਵੇਟ ਕਰਦੇ ਹੋ, ਫੇਰ ਹੀ ਫਲ ਮਿਲਦਾ ਨਾ ਝਾੜ ਮਿਲਦਾ। ਜਦੋਂ ਨਾਮ ਜਪਣ ਦੀ ਜਾਂ ਅਰਦਾਸ ਪੂਰੀ ਕਰਨ ਦੀ ਗੱਲ ਆਉਂਦੀ ਆ, ਉਦੋਂ ਅਸੀਂ ਅੱਜ ਅਰਦਾਸ ਕਰੀਏ ਅੱਜ ਹੀ ਪੂਰੀ ਹੋ ਜਾਏ। ਨਹੀਂ, ਤੇਰਾ ਕਰਮ ਹੈ ਬੀਜਣਾ, ਫਲ ਲਾਉਣਾ ਉਹਦਾ ਕਰਮ ਹੈ, ਤੈਨੂੰ ਵੇਟ ਕਰਨੀ ਪਏਗੀ। ਉਹ ਮਹੀਨਾ ਵੀ ਕਰਨੀ ਪੈ ਸਕਦੀ ਹੈ, ਸਾਲ ਵੀ ਕਰਨੀ, ਇੱਥੋਂ ਤੱਕ ਕਹਿੰਦੀ ਹੈ ਬਾਣੀ, ਉਹ ਜਨਮਾਂ ਤੱਕ ਵੀ ਕਰਨੀ ਪੈ ਸਕਦੀ ਹੈ। ਉਹ ਉਡੀਕ ਜਨਮਾਂ ਤੱਕ ਵੀ ਜਾ ਸਕਦੀ ਹੈ ਪਿਆਰਿਓ। ਤਾਂ ਹੀ ਤੇ ਭਗਤ ਰਵਿਦਾਸ ਵਰਗਿਆਂ ਨੇ ਆਖਿਆ ਬਹੁਤ ਜਨਮ ਵਿਛਰੇ ਥੇ ਮਾਧੋ। ਬੜੇ ਜਨਮ ਹੋ ਗਏ, ਭਾਵ ਕਿ ਤੂੰ ਜਪਦਾ ਰਹੇ। ਸਾਨੂੰ ਕਹਿੰਦੀ ਹੈ ਬਾਣੀ ਜਪਦਾ ਰਹੇ, ਆਪੇ ਮਿਲ ਲਏਗਾ ਉਹ, ਤੂੰ ਜਪਦਾ ਰਹੇ। ਸੋ ਕਹਿੰਦੇ ਇਉਂ ਅਸੀਂ ਉਹਦੇ ਇੱਕ ਰੂਪ ਹੋ ਗਏ। ਫਿਰ ਤਾਤ ਮਾਤ ਮੁਰ ਅਲਖ ਰਾਧਾ। ਮੇਰੇ ਮਾਤ ਪਿਤਾ, ਤਾਤ ਕਹਿੰਦੇ ਨੇ ਪਿਤਾ ਨੂੰ, ਮਾਤ ਕਹਿੰਦੇ ਨੇ ਮਾਂ ਨੂੰ। ਕਹਿੰਦੇ ਮੇਰੇ ਮਾਤਾ ਪਿਤਾ ਭਾਵ ਧੰਨ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ, ਉਹ ਨਾ ਇੱਥੇ ਸੰਸਾਰ ਦੇ ਵਿੱਚ ਮਾਤ ਲੋਕ ਦੇ ਵਿੱਚ ਆਰਾਧਨਾ ਕਰਦੇ ਸੀ ਕਿ ਮਾਲਕਾ ਜੇ ਸਾਡੇ ਘਰ ਔਲਾਦ ਦੇਵੇਗਾ ਨਾ, ਐਸੀ ਔਲਾਦ ਦੇਵੀਂ ਭਗਤੀ ਤੇ ਸ਼ਕਤੀ ਦਾ ਮੁਜੱਸਮਾ ਹੋਵੇ। ਤਾਂ ਹੀ ਤੇ ਕਿੰਨਿਆਂ ਸਾਲਾਂ ਬਾਅਦ ਜਾ ਕੇ ਕਲਗੀਧਰ ਪਿਤਾ ਜੀ ਦਾ ਜਨਮ ਹੁੰਦਾ ਪਿਆਰਿਓ। ਇੰਨਾ ਚਿਰ ਉਹਨਾਂ ਨੇ ਵੇਟ ਕੀਤੀ, ਅੱਗੇ ਇਤਿਹਾਸ ਵਿੱਚ ਆਏਗਾ। ਸੋ ਇਉਂ ਪਿਆਰਿਓ ਕਲਗੀਧਰ ਪਿਤਾ ਜੀ ਦਾ ਇਹ ਇਤਿਹਾਸ ਹੈ, ਇੱਥੇ ਸਮਾਪਤੀ ਹੈ। ਅੱਗੇ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਰਹਿਣਗੇ, ਆਪਾਂ ਗੁਰੂ ਇਤਿਹਾਸ ਦੀ ਵਿਚਾਰ ਕਰਦੇ ਰਹਾਂਗੇ।